वाहिगुरु जी का खालसा वाहिगुरु जी की फतेह। अज आप नॉर्मल जिहड़ा आपां रूटीन दे नाल लै रहे हैं वो तो सोले जिहड़े पंजवीं पातशाही दे आपां लै रहे हैं वो जिहड़ा हैगा 12वां सोला लैना है आपां ने। ये अंग 1083 अल्लाह अगम खुदाई बंदे छोड़ ख्याल दुनिया के धंधे। और ये आपां इत्थों लड़ीवार जी आपां जिहड़ा महाराज का ज्ञान जिहड़ा हैगा आपां विचार करते हैं तो वो तो इत्थों शुरू होएगा। उस तो पहला जिहड़ा हैगा इत्थे नवीं संगत है, थोड़ा जिहा आपां ब्रीफ करिए। ਇਹਦੇ ਵਿੱਚ ਜਿਹੜਾ ਹੈਗਾ ਆਪਾਂ ਦੁਨੀਆ ਦੇ ਵਿੱਚ ਹੈਗੇ ਆ ਔਰ ਆਪਾਂ ਮਨੁੱਖ ਸਰੀਰ ਹੈ ਆਪਣੇ ਕੋਲ। ਔਰ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਇੰਨੇ ਜਿਹੜੇ ਹੈਗੇ ਪਸ਼ੂ ਹੈਗੇ, ਪੰਛੀ ਹੈਗੇ ਔਰ ਸਮੁੰਦਰ ਦੇ ਵਿੱਚ ਵੀ ਜਿਹੜੇ ਹੈਗੇ ਨਾਮਦੇਵ ਜੀ ਕਹਿੰਦੇ ਆ 42 लाख जीव जल में होते। ਅੱਧੀ ਜਿਹੜੀ ਹੈਗੀ ਆ ਜੂਨੀਆਂ ਜਿਹੜੀਆਂ ਹੈਗੀਆਂ ਉਹ ਪਾਣੀ ਦੇ ਵਿੱਚ ਹੈਗੀਆਂ। ਔਰ ਪੰਛੀ ਹੈਗੇ ਔਰ ਚਾਰ ਪੈਰ ਵਾਲੇ ਜਿਹੜੇ ਹੈਗੇ ਜਾਨਵਰ ਧਰਤੀ ਤੇ ਔਰ ਰੇਂਗਣ ਵਾਲੇ ਹੈਗੇ ਆ, ਮੱਛੀਆਂ ਹੈਗੀਆਂ। ਇਹ ਸਾਰੇ ਦੇਖ ਲਓ ਕਿੰਨੇ ਕੁ ਮਾਲਕ ਪਰਮਾਤਮਾ ਨੇ ਜਿਹੜੇ ਹੈਗੇ ਆ 84 ਲੱਖ ਜੂਨਾਂ ਬਣਾਈਆਂ ਮਾਲਕ ਪਰਮਾਤਮਾ ਨੇ। ਔਰ ਇੱਕ ਇਹਦੇ ਵਿੱਚ ਮਨੁੱਖ ਜੂਨ ਵੀ ਹੈਗੀ। ਔਰ ਆਪਾਂ ਨੂੰ ਜਿਹੜੀ ਹੈਗੀ ਆਪਾਂ ਨੂੰ ਇਹ ਬਾਰੀ ਜਿਹੜੀ ਆਪਾਂ ਨੂੰ ਮਿਲੀ ਹੋਈ ਆ, ਬਾਰੀ ਖਸਮ ਕਢਾਏ। ਖਸਮ ਨੇ ਇਹ ਬਾਰੀ ਆਪਣੀ ਬਾਰੀ ਕੱਢੀ ਆ। ਆਪਣਾ ਆਪਾਂ ਨੂੰ ਜਿਹੜਾ ਹੈਗਾ ਨਿਕਲਣ ਦਾ ਜਿਹੜਾ ਹੈਗਾ ਇਹ ਚਾਂਸ ਮਿਲਿਆ ਆ ਪਰਮਾਤਮਾ ਨੂੰ ਮਿਲਣ ਦਾ, ਆਤਮਾ ਨੂੰ ਆਪਣੀ ਆਤਮਾ ਨੂੰ ਆਪਣੇ ਆਪ ਨੂੰ ਦੇਖਣ ਦਾ ਆਪਾਂ ਨੂੰ ਸਮਾਂ ਮਿਲਿਆ। ਪਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਇਹ ਬਾਰੀ ਆਈ ਹੈ ਆਪਣੇ ਕੋਲ, ਮਨੁੱਖਾ ਸਰੀਰ ਮਿਲਿਆ ਹੋਇਆ। ਔਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਇਹ ਸਾਰਾ ਸੰਸਾਰ, ਸਾਰੀ ਰਚਨਾ, ਜੋ ਕੁਛ ਵੀ ਪੰਜਾਂ ਤੱਤਾਂ ਦੇ ਨਾਲ ਆਪਾਂ ਨੂੰ ਨਜ਼ਰ ਆ ਰਿਹਾ ਆ, ਜੋ ਕੁਛ ਵੀ ਆਪਾਂ ਦੇਖ ਰਹੇ ਹਾਂ ਉਹ ਸਾਰਾ ਦਾ ਸਾਰਾ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਵੱਲੋਂ ਜਿਹੜਾ ਹੈਗਾ ਆਕਾਰ, ਉਹਦੀ ਸ਼ਕਤੀ ਦੇ ਨਾਲ ਜਿਹੜਾ ਹੈਗਾ ਉਹਨੇ ਆਕਾਰ ਬਣਾਇਆ ਹੈ ਉਸ ਮਾਲਕ ਪਰਮਾਤਮਾ ਨੇ। ਪਰਮਾਤਮਾ ਇਕੱਲਾ ਹੈਗਾ ਔਰ ਉਸੇ ਚੋਂ ਸਾਰਾ ਕੁਛ ਜਿਹੜਾ ਹੈਗਾ ਇਹ ਸਾਰੀ ਦੀ ਸਾਰੀ ਖੇਡ ਜਿਹੜੀ ਹੈ ਮਾਲਕ ਪਰਮਾਤਮਾ ਤੋਂ ਹੋਈ। ਇੱਕ ਪੌੜੀ ਆਉਂਦੀ ਹੈ ਆਪਣੇ 555 ਅੰਗ ਦੇ ਉੱਤੇ ਬਿਹਾਗੜਾ ਰਾਗ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਉਹ ਹੈਗੀ 18ਵੀਂ ਪੌੜੀ। ਉਹਦੇ ਵਿੱਚ ਮਹਾਰਾਜ ਕਹਿੰਦੇ ਆ ਕਿ ਪੌੜੀ ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰ। ਉਹ ਮਾਲਕ ਪਰਮਾਤਮਾ ਸਾਰਿਆਂ ਦੇ ਅੰਦਰ ਹੈਗਾ ਔਰ ਬਾਹਰ ਵੀ ਹੈਗਾ। ਹਰ ਜਗ੍ਹਾ 'ਤੇ ਮਾਲਕ ਪਰਮਾਤਮਾ ਹੈਗਾ ਔਰ ਸਾਰਿਆਂ ਦੇ ਅੰਦਰ ਹੁੰਦੇ ਹੋਏ ਵੀ ਮਾਲਕ ਪਰਮਾਤਮਾ ਗੁਪਤ ਹੈਗਾ। ਆਪਾਂ ਨੂੰ ਆਪਣੀ ਆਤਮਾ ਦਾ ਹੀ ਨਹੀਂ ਪਤਾ। आपे सब घट अंदरे आपे ही बाहर, आपे गुप्त वरतदा आपे ही जाहर। आप ही गुप्त भी वरत रहा है और जाहर भी हैगा मालक परमात्मा। जुग 36 गुबार कर वरत्या सुन्ना हर। 36 जुग
36 ਯੁੱਗ ਜਿਹੜਾ ਹੈਗਾ ਗੁਬਾਰ ਹੀ ਸੀਗਾ। ਗੁਬਾਰ ਕੀ ਸੀਗਾ? ਗੁਬਾਰ ਦਾ ਮਤਲਬ ਬਈ ਉਹਨੂੰ ਐਕਸਪਲੇਨ ਨਹੀਂ ਕਰ ਸਕਦੇ ਬਈ ਕੀ ਸੀਗਾ ਉਹ, ਕੀ ਧੁੰਦ ਸੀ, ਕੀ ਸੀਗਾ। ਕਹਿੰਦੇ ਗੁਬਾਰ ਸੀਗਾ, ਉਹਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ। ਜਸਵੀਰ ਜੀ ਬੱਚੇ ਤੁਹਾਡੇ ਮਾਈਕ ਬੰਦ ਕਰ ਦਿਓ ਜੀ, ਮੈਂ ਕਰ ਦੇਣਾ। जुग 36 गुबार कर वरत्या सुनना हर। वो मालक परमात्मा जिहड़ा हैगा 36 युग तक, देखो 36 युग मतलब कोई समा तो मालक परमात्मा दे कोल तो समा है ही नहीं अपने वास्ते। जिहड़ा हैगा संसार बनाया, ये प्रकृति बनाई मालक ने, तो ये समय के अधीन हैगी आ जी। कोई बार बार फोन कर रहा है। जुग 36 गुबार कर वरत्या सुनना हर। उथे वेद पुराण हेलो 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 ਉਹ ਨਾ ਪ੍ਰੋਗਰਾਮ ਚੱਲ ਰਿਹਾ ਜੀ, ਤੁਸੀਂ ਫੋਨ ਨਾ ਕਰੋ ਹੁਣ ਇਸ ਟਾਈਮ ਪਲੀਜ਼। ਮਾਡਲ ਟਾਊਨ ਲੰਘ ਕੇ ਡੀ ਬਲਾਕ ਜਿਹੜਾ ਹੈਗਾ, ਇੱਥੇ ਡੀ ਬਲਾਕ ਕੀ ਡੀ ਬਲਾਕ ਐਕਸਟੈਂਸ਼ਨ ਹੈਗਾ। ਮਾਡਲ ਟਾਊਨ ਐਕਸਟੈਂਸ਼ਨ, ਪ੍ਰੋਪਰ ਮਾਡਲ ਟਾਊਨ ਨਹੀਂ ਜਾਣਾ ਆਪਾਂ ਨੇ, ਡੁਗਰੀ ਰੋਡ ਦੇ ਉੱਤੇ ਲਿਬੜਾ ਦੀ ਬੈਕ ਸਾਈਡ ਤੇ ਹੈਗਾ ਗੁਰਦੁਆਰਾ ਸੰਤੋਖ ਸਰ। ਓਕੇ ਜੀ, ਓਕੇ ਜੀ, ਓਕੇ ਜੀ। ਮਾਫ ਕਰਨਾ ਜੀ, ਆਪਣੇ ਕੋਈ ਇੱਥੇ ਆਉਣਾ ਚਾਹੁੰਦੇ ਸੀ, ਐਡਰੈਸ ਪੁੱਛ ਰਹੇ ਸੀ, ਤੇ ਆਪਾਂ ਸੀਗੇ ਬਈ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਕੱਲਾ ਹੀ ਸੀਗਾ, ਔਰ ਕਿੰਨਾ ਸਮਾਂ ਕੱਲਾ ਰਿਹਾ ਆ, ਸੁੰਨ ਦੇ ਵਿੱਚ ਰਿਹਾ, ਗੁਬਾਰ ਦੇ ਵਿੱਚ ਰਿਹਾ ਆ। ਔਰ ਇਸ ਤੋਂ ਬਾਅਦ ਜਿਹੜਾ ਹੈਗਾ ਜਦੋਂ ਮਾਲਕ ਪਰਮਾਤਮਾ ਸੁੰਨ ਦੇ ਵਿੱਚ ਸੀਗਾ, ਉੱਥੇ ਵੇਦ ਪੁਰਾਣ ਨਾ ਸ਼ਾਸਤਾ ਆਪੇ ਹਰ ਨਰਹਰ। ਕੋਈ ਵੇਦ ਗਿਆਨ ਨਹੀਂ ਸੀਗਾ, ਕੋਈ ਪੁਰਾਣ ਨਹੀਂ ਸੀਗਾ, ਕੋਈ ਸ਼ਾਸਤਰ ਨਹੀਂ ਸੀਗਾ, ਆਪੇ ਹੀ ਸੀ ਉਹ ਨਰਹਰੀ ਇਨਸਾਨਾਂ ਦਾ ਜਿਹੜਾ ਮਾਲਕ ਬੈਠਾ, ਤਾੜੀ ਲਾਏ ਆਪ ਸਬਦੂ ਹੀ ਬਾਹਰ। ਔਰ ਤਾੜੀ ਲੱਗੀ ਹੋਈ ਸੀ, ਕੋਈ ਹੈ ਹੀ ਨਹੀਂ ਸੀਗਾ, ਕੋਈ ਉਹਦੇ ਨਾਲ ਜਿਹੜਾ ਹੈਗਾ ਕੋਈ ਵਿਚਾਰ ਨਹੀਂ, ਕੁਛ ਨਹੀਂ, ਔਰ ਕੱਲਾ ਸੁਣਨ ਦੇ ਵਿੱਚ ਤਾੜੀ ਲਗਾ ਕੇ ਬੈਠਾ। ਆਪਣੀ ਮਿੱਤ ਆਪ ਜਾਣਦਾ ਆਪੇ ਹੀ ਗੌਹਰ। ਕਹਿੰਦੇ ਉਹ ਤਾਂ ਪਾਏ ਬਹੁਤ ਹੀ ਵੱਡਾ ਹੈਗਾ, ਔਰ ਉਹਦੀ ਮਿੱਤ ਉਹ ਕੀ ਹੈਗਾ, ਔਰ ਉਹ ਮਾਲਕ ਪਰਮਾਤਮਾ ਉਹਦੇ ਬਾਰੇ ਆਪ ਹੀ ਜਾਣਦਾ ਹੈ ਮਾਲਕ ਪਰਮਾਤਮਾ। ਔਰ ਇਸ ਤੋਂ ਬਾਅਦ ਹੁਣ ਦੇਖ ਲਓ, ਮਾਲਕ ਪਰਮਾਤਮਾ ਨੇ ਕੱਲਾ ਰਹਿ ਕੇ, ਸੁੰਨ ਦੇ ਵਿੱਚ ਰਹਿ ਕੇ, ਉਸ ਮਾਲਕ ਪਰਮਾਤਮਾ ਨੇ ਫਿਰ ਇਹ ਦੁਨੀਆ ਬਣਾਉਣ ਦਾ ਜਿਹੜਾ ਹੈਗਾ ਉਹਨੇ ਮਾਲਕ ਨੇ ਡਿਸੀਜਨ ਲਿਆ। ਇਹ ਦੁਨੀਆ ਬਣਾਈ ਤੇ ਇਹ ਹੈ ਕੀ ਆ? 84 ਲੱਖ ਜੂਨਾਂ ਹੈਗੀਆਂ ਇੱਥੇ, ਇੰਨੇ ਸਮੁੰਦਰ ਪਹਾੜ ਸਾਰੇ, ਔਰ ਇੰਨੇ ਉਹਨੇ ਮਾਲਕ ਨੇ ਭੋਗ ਜਿਹੜੇ ਹੈਗੇ ਦੁਨੀਆ ਦੇ ਪਦਾਰਥ ਜਿਹੜੇ ਇਨਸਾਨ ਦੇ ਭੋਗਣ ਵਾਸਤੇ ਜਿਹੜਾ ਹੈਗਾ, ਇਹ ਸਾਰਾ ਇਹ ਕਾਮ ਕ੍ਰੋਧ ਲੋਭ ਅਹੰਕਾਰ, ਇਹ ਸਾਰਾ ਕੁਛ ਮਾਲਕ ਨੇ ਕਰ ਦਿੱਤਾ। ਇੱਕ ਪੌੜੀ ਹੋਰ ਲੈ ਰਹੇ ਆਪਾਂ, ਇਹ 1096 ਅੰਗ ਦੇ ਉੱਤੇ ਮਾਰੂ ਰਾਗ ਦੇ ਵਿੱਚ, ਇਸੇ ਰਾਗ ਦੇ ਵਿੱਚ ਹੈਗੀ ਪੌੜੀ। ਤੁਧ ਜਗ ਮੈਂ ਖੇਲ ਰਚਾਇਆ ਵਿੱਚ ਹਉਮੈ ਪਾਈਆ। ਕਹਿੰਦੇ ਉਹ ਮਾਲਕ ਪਰਮਾਤਮਾ ਨੇ ਇਹ ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ ਜਿਹੜਾ ਹੈਗਾ, ਇਹ ਸਾਰੀ ਦੀ ਸਾਰੀ ਮਾਇਆ ਪ੍ਰਕਿਰਤੀ, ਇਹ ਪੰਜਾਂ ਤੱਤਾਂ ਦੀ ਰਚਨਾ ਜਿਹੜੀ ਪੈਦਾ ਕੀਤੀ ਆ, ਇਹ ਸਿਰਫ ਮਾਲਕ ਪਰਮਾਤਮਾ ਵਾਸਤੇ ਇੱਕ ਖੇਡ ਹੈ, ਇੱਕ ਗੇਮ ਹੈਗੀ ਮਾਲਕ ਪਰਮਾਤਮਾ ਦੀ। ਸਿਰਫ ਮਾਲਕ ਗੇਮ ਆ, ਮਾਲਕ ਗੇਮ ਖੇਡ ਰਿਹਾ ਹੈ। ਆ ਸਾਰੀ ਦੀ ਸਾਰੀ ਉਹਨੇ ਪ੍ਰਕਿਰਤੀ ਵਿਸਾਤ ਵਿਛਾ ਦਿੱਤੀ ਮਾਲਕ ਪਰਮਾਤਮਾ ਨੇ, ਔਰ ਸਾਰੇ ਜੀਵ ਪੈਦਾ ਕਰ ਦਿੱਤੇ। ਔਰ ਇਹਦੇ ਵਿੱਚ ਜਿਹੜਾ ਹੈਗਾ
एक मंदिर पंच चोर हैं नित करें बुराइयां। मालक परमात्मा ने की किया, यह शरीर दे दिता। मनुख शरीर की गल हो रही है सारी दी सारी। ये मनुख नूं जिहड़ा हैगा ये निकलण दे वास्ते जिहड़ा हैगा की कुछ जिहड़ा हैगा मालक ने गेम पाई हुई है। कहंदे एक मंदिर एक शरीर हैगा, ਉਹਦੇ ਵਿੱਚ पंज चोर हैगे, उन्होंने चोरी करनी है। उन्होंने नाम धन आपां नूं बीजण नहीं देना, जो आपां बीजांगे तो उन्होंने वो भी जिहड़ा हैगा खा जाना है, उन्होंने चोरां ने लुट लेना। एक मंदिर आ मंदिर आ, इहदे विच मालक आ, मालक नूं आपां ने लभना है, अपने आप नूं लभना है। आपां अपनी आत्मा जिहड़ी हैगी उही मालक हैगी, अपनी आत्मा की यात्रा हैगी, आत्म तीरथ करना है, आत्मा तक पहुँचना है आपां ने। और विच मन हैगा। एक मंदिर पंच चोर हैं नित करें बुराइयां। इन्हां दा काम हैगा बई बुराई करनी, आपां नूं बुराई वल लाउणा। इन्हां दा काम हैगा जिहड़े पंज चोर हैगे अपने अंदर। ये गेम पाई हुई है मालक ने ही, जिहड़े काम क्रोध लोभ मोह हंकार पाए अपने अंदर मालक ने शरीर दे विच पुरजे फिट कीते आ। मालक ने इन्हां दे नाल ये काम क्रोध लोभ मोह हंकार दे नाल जिहड़ा हैगा आपां स्वादां दे विच पईए, बुराई दे विच पईए। एक मंदिर पंच चोर हैं नित करें बुराइयां। फिर ये जिहड़ा हैगा एक आत्मा हैगी, और आत्मा दे उत्ते जिहड़ा हैगा मन हैगा। मन की हैगा आत्मा जिहड़ी हैगी उही स्वादां दे विच पै गई, और जिहड़ी हैगी संस्कार बन गए अपने, कालक चढ़ गई मन दे उत्ते, ये पदार्थां दी भोगां दी, ये जिहड़े अमल बन गए अपने, ये कारणशीर बन गया अपनी आत्मा दे उत्ते, जिहड़ा कि आपां नूं जाण नहीं दिंदा। हुण आत्मा ते मन दे अगे मन दे कोल है की चीज़? मन दे कोल हैगियां पंज ज्ञान इंद्रियां, अखां कन नक, ये सारियां ज्ञान इंद्रियां, ये मन दे कोल आ पंज ज्ञान इंद्रियां। जीभ चमड़ी ये सारियां ज्ञान इंद्रियां, और पंज जिहड़ियां कर्म इंद्रियां हैगी जिन्हां दे नाल आपां कर्म करदे हां। हत्थ पैर और जिहड़े हैगे आ ये अपने जिहड़े हैगे जीभ दे नाल भी मूँह दे नाल भी आपां कर्म करदे आ। इस और इंद्री हैगी आ, गुदा हैगी आ, लैटरिन करते हैं, पेशाब करते हैं, सारे जिहड़े हैगे ये पंज ज्ञान इंद्रियां पंज कर्म इंद्रियां आपां नूं 10 जिहड़ियां हैगियां ये दित्तियां आपां नूं। इन्हां नूं कहंदे 10 नारी एक पुरख कर। एक पुरख हैगा आत्मा मन, ये अधीन हैगियां। 10 नारी एक पुरख कर 10 साध लुभाइयां। मालक ने की बनाया कि 10 दियां 10 जिहड़ियां हैगियां स्वादां दे विच जिहड़ियां हैगियां गुम हो जाणगियां। स्वादां दे विच जिहड़ियां इन्हां नूं स्वादां दे विच जिहड़ा लुभा दिता मालक परमात्मा ने, कि इंसान नूं जिहड़ा हैगा अपने आप नूं अपनी आत्मा नूं देखण दा टाइम नहीं देना। बस इनू वेला नहीं छड्डना, जिथे वेला होया उत्थे दे उत्थे इन्हां ने फड़ लेना है आपां नूं। एन माया मोहनी मोहिया नित फिरे परमाइयां। आही माया है मोहनी मालक ने पाई हुई। इन्ने स्वाद इन्ने चोगे पाए हुए, पता नहीं किन्ने काउंटलैस जिहड़े हैगे भोग आ दुनिया दे विच। कन्नां दे अलग हैगे, अखां दे अलग हैगे, मूँह दे अलग हैगे, इंद्री दे अलग हैगे, सारे देख लो किन्ने आपां किन्ने दे विच फस जाने आपां। और इन्हां दे विच सिर्फ मालक ने स्वाद पाया होया आ, इन्हां दे विच रज नहीं पाया होया, सैटिस्फैक्शन नहीं होगी, पेट नहीं भरेगा इन्हां दे विच। जिन्ना मर्जी भोग, जो मर्जी दुनिया जिन्ना मर्जी खा लो, जिन्ना मर्जी भोग लो, जिन्ना मर्जी देख लो, जो मर्जी कर लो, रज नहीं आएगा वापस उत्थे दे उत्ते। और जिहड़ा तृष्णा, इहनूं कहंदे तृष्णा दी अग होर वधेगी। जिवें आपां अग दे विच जिहड़ा हैगा होर जिहड़ा हैगा तेल पाउने। एन माया मोहनी मोहिया, इन्हें माया ने मोहियां हुई इंद्रियां सारियां दियां सारियां नित फिरें भरमाइयां। भरम कहंदे आ धोखा, ट्रैप कहंदे नित जिहड़ियां हैगियां ये भरम दे विच ट्रैप दे विच ही फिरदियां आ जिहड़ा हैगा। और इस तरह मन जिहड़ा हैगा इन्हां दे पिछे मन हैगा, मन दे अगे इंद्रियां हैगियां सारियां,
ਔਰ ਮਨ ਦੇ ਕੋਲ ਜਿਹੜੀ ਹੈਗੀ ਸੁਰਤ ਹੈਗੀ ਆ, ਆਪਾਂ ਚੇਤਨ ਹੈਗੇ ਆ, ਔਰ ਚੇਤਨ ਦਾ ਕੰਟਰੋਲ ਮਨ ਦੇ ਕੋਲ ਹੈਗਾ। ਔਰ ਸੁਰਤ ਦੇ ਨਾਲ ਜਿਹੜਾ ਹੈਗਾ ਮਨ ਸਾਰੇ ਪਦਾਰਥ ਭੋਗਦਾ ਹੈ। ਮਨ ਕਿਤੇ ਦਾ ਕਿਤੇ ਜਾਂਦਾ ਹੈ, ਸੁਰਤ ਦੇ ਨਾਲ ਜਾਂਦਾ ਹੈ ਮਨ। ਔਰ 24 ਘੰਟੇ ਦੇਖ ਲਓ ਵੀ ਆਪਾਂ ਕੁਛ ਨਾ ਕੁਛ ਸੋਚਦੇ ਰਹਿੰਦੇ ਹਾਂ 24 ਘੰਟੇ। ਆਹ ਵਿਚਾਰ ਜਿਹੜੇ ਹੈਗੇ 24 ਘੰਟੇ ਵਿਚਾਰ ਚੱਲਦੇ ਰਹਿੰਦੇ। ਔਰ ਜੋ ਵਿਚਾਰ ਆਪਾਂ ਕਰਦੇ ਹਾਂ ਉਸ ਦੇ ਹਿਸਾਬ ਦੇ ਨਾਲ ਹੁੰਦਾ ਨਹੀਂ ਹੈ ਕੁਛ, ਉਹ ਵਿਚਾਰਾਂ ਦੇ ਹਿਸਾਬ ਦੇ ਨਾਲ ਹੁੰਦਾ ਨਹੀਂ ਹੈ। ਮਤਾ ਪਕਾਵੇ ਪਸ਼ਚਮ ਕੋ ਪੂਰਬ ਹੀ ਲੈ ਜਾਤ। ਵਿਚਾਰ ਕੁਛ ਕਰਦੇ ਆ, ਹੁੰਦਾ ਕੁਛ ਆ। ਹੁੰਦਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਮਰਜ਼ੀ ਦੇ ਨਾਲ ਹੁੰਦਾ ਹੈ। ਔਰ ਆਪਾਂ ਜਿਹੜੇ ਹੈਗੇ ਵਿਚਾਰਾਂ ਦੇ ਵਿੱਚ ਜਿਹੜੇ ਹੈਗੇ ਆਪਣਾ ਸਮਾਂ ਜਿਹੜਾ ਜੀਵਨ ਦਾ ਗੁਜ਼ਾਰ ਦਿੰਦੇ, ਗਵਾ ਦਿੰਦੇ। ਪੂਰਾ ਦੇਖ ਲਓ ਇੱਕ ਦਿਨ ਵੀ ਮੈਂ ਕੀ ਵਿਚਾਰ ਕੀਤੇ ਆ, ਔਰ ਉਹਨਾਂ ਵਿਚਾਰਾਂ ਦੇ ਨਾਲ ਮੈਨੂੰ ਫਾਇਦਾ ਕੀ ਹੋਇਆ, ਔਰ ਨੁਕਸਾਨ ਜਿਹੜਾ ਇਹੀ ਆਪਣੇ ਕੋਲ ਧਨ ਦਿੱਤਾ ਹੈ ਮਾਲਕ ਪਰਮਾਤਮਾ ਨੇ। ਇਹ ਸਮਾਂ ਆਹੀ ਧਨ ਹੈਗਾ ਆਪਣੇ ਕੋਲ। ਇਸ ਧਨ ਦੇ ਨਾਲ ਆਪਾਂ ਨੇ ਇਹ ਕਨਵਰਟ ਕਰਨੀ ਸੀ, ਇਹ ਕਰੰਸੀ, ਇਹ ਸਵਾਸਾਂ ਦੀ ਕਰੰਸੀ, ਇਹ ਕਨਵਰਟ ਕਰਨੀ ਸੀ ਨਾਮ ਧਨ ਦੇ ਵਿੱਚ। ਔਰ ਇਹ ਨਾਮ ਧਨ ਕਦੋਂ ਬਣਦਾ ਹੈ? ਗੁਰੂ ਤੇਗ ਬਹਾਦਰ ਜੀ ਜਿਹੜੇ ਲੇਟੈਸਟ ਜਿਹੜਾ ਬ੍ਰਹਮ ਗਿਆਨ ਆਇਆ ਆ, ਉਹ ਕਹਿੰਦੇ ਮਾਈ ਮੈਂ ਧਨ ਪਾਇਓ ਹਰ ਨਾਮ। ਕਹਿੰਦੇ ਮੈਂ ਪਾ ਲਿਆ ਧਨ। ਕੀ ਨਾਮ? ਕੀ ਧਨ? ਪਰਮੇਸ਼ਰ ਦਾ ਨਾਮ। ਕਿਵੇਂ? ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਵਿਸਰਾਮ। ਕਹਿੰਦੇ ਮਨ ਮੇਰਾ ਵਿਚਾਰ ਕਰਨਾ ਬੰਦ ਹੋ ਗਿਆ, ਚੁੱਪ ਹੋ ਗਿਆ ਮਨ, ਤੇ ਧਨ ਬਣ ਗਿਆ। ਆਇਆ ਧਨ ਪਾਈ। ਆ ਧਨ ਚਾਹੀਦਾ ਹੈ ਜੇ ਨਾਮ ਪਦਾਰਥ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਅੰਮ੍ਰਿਤ ਆਪਣੇ ਅੰਦਰ ਆ, ਦੇਹੀ ਦੇ ਵਿੱਚ ਆ। ਆਤਮਾ ਦੇ ਵੱਲ ਜਾਣਾ ਹੈ, ਆਤਮਾ ਨੂੰ ਦੇਖਣਾ ਹੈ, ਤੇ ਅੰਮ੍ਰਿਤ ਪੀਣਾ ਪਊਗਾ। ਉਹ ਅੰਮ੍ਰਿਤ ਜਿਹੜਾ ਹੈਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਵਾਦ, ਇਹ ਵਿਚਾਰ, ਇਹਨਾਂ ਨੇ ਢਕਿਆ ਹੋਇਆ ਹੈ। ਇਹ ਬਿਖ, ਬਾਣੀ ਕਹਿੰਦੀ ਬਿਖ ਛੇਦ ਰਸ ਪੀਜੇ। ਇਹਨੂੰ ਹਟਾ ਕੇ ਰਸ ਪੀਣਾ ਪਊਗਾ। ਆ ਗੇਮ ਹੈ। ਭਗਤੀ ਜਿਹੜੀ ਹੈਗੀ ਆ ਉਹ ਸਿਰਫ ਆਪਣੇ ਅੰਦਰ ਵੜ ਕੇ ਆਪਣੀ ਆਤਮਾ ਨੂੰ ਦੇਖਣ ਦੀ ਆ। ਮੈਂ ਕੌਣ ਹੈਗਾ ਆ, ਬਸ ਇਹਨੂੰ ਕਹਿੰਦੇ ਆ ਭਗਤੀ। ਔਰ ਬਾਈ ਦਾ ਵੇ ਜੇ ਆਪਾਂ ਹੁਣ ਸੋਚੀਏ ਬਈ ਆਪਾਂ ਹੈ ਕੌਣ? ਹੁਣ ਕੋਈ ਬੰਦਾ, ਕੋਈ ਕਹਿੰਦਾ ਮੈਂ ਤਾਂ ਬੰਦਾ ਹੈ ਜੀ, ਕੋਈ ਕਹਿੰਦੀ ਮੈਂ ਤੀਵੀਂ ਹੈ ਜੀ, ਕੋਈ ਬੱਚਾ ਹੈ, ਕੋਈ ਬੁੱਢਾ। ਕਿ ਆਪਾਂ ਸਰੀਰ ਹੈਗੇ? ਉਹ ਭਾਈ ਇਹ ਸਰੀਰ ਜਿਹੜਾ ਹੈਗਾ ਇਹ ਤਾਂ ਸੜ ਜਾਂਦਾ ਹੈ, ਫਿਰ ਆਪਾਂ ਸਰੀਰ ਥੋੜੀ ਨਾ ਹੋਏ। ਇਹ ਤਾਂ ਜਿੰਨੇ ਤੋਂ ਜਿਹੇ ਜਿਹਾ ਮਰਜ਼ੀ ਬੰਦਾ ਹੋਏ ਜਿਹੜਾ ਹੈਗਾ ਉਹਨੇ ਦੇਖੋ ਹੌਲੀ ਜਿਹੜਾ ਹੈਗਾ ਉਹਦੀ ਕਾਇਆ ਟਲੀ ਜਾਣੀ ਆ। ਔਰ ਬਾਅਦ ਵਿੱਚ ਤਾਂ ਇੰਨੀਆਂ ਚੋਰੀਆਂ ਪੈ ਜਾਣੀਆਂ, ਬੰਦਾ ਜਿਹੜਾ ਹੈਗਾ ਇੱਕਦਮ ਜਿਹੜਾ ਬੇਕਾਰ ਲੱਗ ਜਾਂਦਾ ਕਿ ਜਿਹਾ ਮਰਜ਼ੀ ਬੰਦਾ ਹੋਏ। ਔਰ ਫਾਈਨਲੀ ਜਿਹੜਾ ਹੈਗਾ ਉਹ ਜਿਹੜਾ ਹੈਗਾ ਦੋਨੋਂ ਆਤਮਾ ਔਰ ਦੋਨੋਂ ਅਲੱਗ ਹੋ ਜਾਂਦੇ ਆ। ਮਾਲਕ ਨੇ ਸੰਜੋਗ ਦਿੱਤਾ ਹੈ ਆਪਾਂ ਨੂੰ, ਇਹ ਆਤਮਾ ਔਰ ਸਰੀਰ ਦਾ ਕੰਬੀਨੇਸ਼ਨ ਦਿੱਤਾ ਹੈ ਬਸ। ਔਰ ਇਹ ਜਿਹੜਾ ਹੈਗਾ ਟਾਈਮ ਬਾਉਂਡ ਹੈ, ਪ੍ਰੀ ਡਿਸਾਈਡਡ ਹੈਗਾ ਬਈ ਕਿੰਨੀ ਕੁ ਦੇਰ ਇਹਨੂੰ ਸਮਾਂ ਦੇਣਾ ਹੈ। ਔਰ ਇਹ ਸਮਾਂ ਦਿੱਤਾ ਹੈ ਆਪਾਂ ਨੂੰ ਸਿਰਫ ਆਪਣੀ ਆਤਮਾ ਨੂੰ ਲੱਭਣ ਦਾ ਸਮਾਂ ਦਿੱਤਾ ਹੈ। ਔਰ 84 ਲੱਖ ਜੂਨਾਂ ਹੈਗੀਆਂ, ਉਹਨਾਂ ਦੇ ਬਾਅਦ ਆਪਾਂ ਨੂੰ ਇਹ ਮਨੁੱਖ ਜੂਨ ਮਿਲੀ ਆ। ਔਰ ਜਿਵੇਂ ਪਹਿਲਾਂ ਖੂਹ ਚੱਲਦੇ ਸੀਗੇ, ਟਿੰਡਾਂ ਸੀਗੀਆਂ, ਮਾਲ ਚੱਲਦੀ ਸੀਗੀ, ਉਸ ਤਰੀਕੇ ਦੇ ਨਾਲ 84 ਲੱਖ ਟਿੰਡਾਂ ਹੈਗੀਆਂ। ਆਪਾਂ ਉੱਪਰਲੀ ਜਗ੍ਹਾ 'ਤੇ ਆਏ ਹੋਏ, ਸਭ ਤੋਂ ਉੱਪਰਲੀ ਜਗ੍ਹਾ 'ਤੇ। ਇੱਥੇ ਜਿਹੜਾ ਹੈਗਾ ਆਪਣੇ ਤੋਂ ਉੱਪਰ ਕੋਈ ਹੋਰ ਮਨੁੱਖ ਜੂਨ, ਹੋਰ ਜੂਨ ਨਹੀਂ ਹੈਗੀ ਸੁਪਰ ਹਿਊਮਨ। ਆਪਣੇ ਤੋਂ ਉੱਪਰ ਆਤਮਾ ਹੈ, ਪਰਮਾਤਮਾ। ਔਰ ਆਪਣੇ ਤੋਂ ਥੱਲੇ 84 ਲੱਖ ਜੂਨਾਂ ਪਈਆਂ ਹੋਈਆਂ। ਇਹ ਬਾਰੀ ਹੈਗੀ ਆ, ਆਪਾਂ ਨਿਕਲ ਸਕਦੇ ਹਾਂ ਜਦ ਵੀ ਕਿਸੇ ਨੇ ਨਿਕਲਣਾ ਹੈ। 84 ਲੱਖ ਜੂਨਾਂ ਤੋਂ ਕੋਈ ਵੀ ਨਹੀਂ ਨਿਕਲ ਸਕਦਾ, ਐਸਾ ਮਾਲਕ ਨੇ ਕੋਈ ਨਿਯਮ ਨਹੀਂ ਬਣਾਇਆ। ਉਹਨਾਂ ਦੇ ਅੰਦਰ ਤਾਂ ਸਪਿਰਚੁਅਲ ਡਾਇਮੈਂਸ਼ਨ ਹੈ ਹੀ ਨਹੀਂ ਆ, ਨਾ ਮੱਛੀਆਂ ਦੇ ਅੰਦਰ, ਨਾ ਪਰਿੰਦਿਆਂ ਦੇ ਅੰਦਰ, ਨਾ ਜਾਨਵਰਾਂ ਦੇ ਅੰਦਰ, ਕਿਸੇ ਦੇ ਅੰਦਰ, ਨਾ ਪੇੜ ਪੌਦਿਆਂ ਦੇ ਅੰਦਰ। ਸਪਿਰਚੁਅਲ ਹੈ ਹੀ ਨਹੀਂ ਉਹਨਾਂ ਦੇ ਅੰਦਰ। ਸਿਰਫ ਇਨਸਾਨ ਦੇ ਅੰਦਰ ਹੈਗਾ। ਆਪਣੀ ਆਤਮਾ ਨੂੰ ਦੇਖ ਸਕਦਾ ਹੈ, ਪਰਮਾਤਮਾ ਨੂੰ ਮਿਲ ਸਕਦਾ ਹੈ, ਇਹ ਬਾਰੀ ਯੂਜ਼ ਕਰ ਸਕਦਾ। ਮਰਜ਼ੀ ਆਪਣੀ ਆ। ਮਾਲਕ
ਮਾਲਕ ਕਹਿੰਦਾ ਮਾਲਕ ਨੂੰ ਕੋਈ ਪ੍ਰੋਬਲਮ, ਮਾਲਕ ਨੇ ਤਾਂ ਗੇਮ ਪਾਈ ਹੋਈ ਹੈ, ਫੇਅਰ ਗੇਮ ਆ, ਸਾਰਿਆਂ ਦੇ ਵਾਸਤੇ ਸੇਮ ਗੇਮ ਆ, ਕੋਈ ਆਊਟ ਆਫ ਟਰਨ ਵਾਲੀ ਗੱਲ ਨਹੀਂ ਬਣਨੀ। ਕੋਈ ਬ੍ਰਹਮ ਗਿਆਨੀ ਜਿਹੜਾ ਹੈਗਾ, ਭਾਵੇਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਕਿਸੇ ਦੇ ਮੋਢੇ ਤੇ ਹੱਥ ਰੱਖ ਕੇ ਉਹਨੂੰ ਪਾਰ ਨਹੀਂ ਲੰਘਾ ਸਕਦੇ ਨਾ। ਇਹ ਜਿਹੜਾ ਹੈਗਾ ਚੀਟਿੰਗ ਹੋ ਜਾਏਗੀ, ਚੀਟਿੰਗ। ਮਾਲਕ ਜਿਹੜਾ ਹੈ ਉਹਦਾ ਨਿਆਂ ਫੇਅਰ ਹੈ। ਫਿਰ ਉਹ ਜਿਹੜੇ ਹੈਗੇ ਗਿਆਨ ਦੇ ਕੇ ਰਿੰਗ ਦੇ ਵਿੱਚ ਆਪਾਂ ਨੂੰ ਲੜਨਾ ਪਊਗਾ। ਉਸ ਆਪਾਂ ਨੂੰ ਗਿਆਨ ਦੇ ਸਕਦੇ, ਟ੍ਰੇਨਿੰਗ ਦੇ ਸਕਦੇ ਆ, ਕੋਚਿੰਗ ਦੇ ਸਕਦੇ ਆ, ਪਰ ਫਾਈਟ ਜਿਹੜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਪਾਈ ਆ ਉਹ ਆਪਣੇ ਅੰਦਰ ਆ, ਆਪਾਂ ਨੂੰ ਹੀ ਕਰਨੀ ਪਊਗੀ। ਉਹ ਆਪਣੇ ਅੰਦਰ ਥੋੜੀ ਨਾ ਵੜ ਸਕਦਾ ਹੈ ਕੋਈ। ਔਰ ਜਿਹੜਾ ਹੈਗਾ ਮਾਲਕ ਨੇ ਐਸਾ ਨਿਯਮ ਨਹੀਂ ਬਣਾਇਆ, ਕੋਈ ਕਿਸੇ ਨੂੰ ਤਾਰ ਨਹੀਂ ਸਕਦਾ। ਇਹ ਯਾਤਰਾ ਆਪਾਂ ਨੂੰ ਖੁਦ ਕਰਨੀ ਪਊਗੀ। ਔਰ ਹਰੇਕ ਨੇ ਜਿਹੜਾ ਕਬੀਰ ਜੀ ਨੇ, ਗੁਰੂ ਨਾਨਕ ਦੇਵ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ, ਸਾਰਿਆਂ ਨੇ ਇਹ ਯਾਤਰਾ, ਸਾਰੇ ਬ੍ਰਹਮ ਗਿਆਨੀਆਂ ਨੇ ਆਪ ਕੀਤੀ ਹੈ ਯਾਤਰਾ। ਔਰ ਉਹਨਾਂ ਨੇ ਜੋ ਯਾਤਰਾ ਕੀਤੀ ਹੈ, ਉਹਨਾਂ ਨੇ ਜਿਹੜਾ ਹੈਗਾ ਆਪਾਂ ਨੂੰ ਇਹ ਗਾਈਡਲਾਈਨਸ ਆਪਾਂ ਨੂੰ ਦੇ ਕੇ ਗਏ ਆ ਬਈ ਇਸ ਤਰੀਕੇ ਦੇ ਨਾਲ ਇਹ ਗੇਮ ਨੂੰ ਜਿੱਤਿਆ ਜਾ ਸਕਦਾ ਹੈ। ਆਹੀ ਜਿਹੜੀ ਇਹ ਉਹਨਾਂ ਦੀ ਗੁਰਮਤ ਹੈਗੀ, ਉਹਨਾਂ ਦੀ ਮੱਤ ਹੈਗੀ, ਉਹਨਾਂ ਦੀ ਗਾਈਡਲਾਈਨਸ ਹੈ, ਉਹਨਾਂ ਦੀ ਕੋਚਿੰਗ ਹੈਗੀ, ਉਹਨਾਂ ਦੀ ਟ੍ਰੇਨਿੰਗ ਹੈਗੀ। ਆਪਾਂ ਕੀ ਕਰ ਰਹੇ ਹਾਂ? ਆਪਾਂ ਸਿਰਫ ਜਿਹੜਾ ਹੈਗਾ ਇਹ ਗਿਆਨ ਨੂੰ ਪੜ੍ਹੀ ਜਾ ਰਹੇ ਹਾਂ, ਇਹਦੇ ਪਾਠ ਕਰੀ ਜਾ ਰਹੇ ਹਾਂ, ਇਹਦਾ ਕੀਰਤਨ ਸੁਣੀ ਜਾ ਰਹੇ ਹਾਂ। ਬਸ ਗੁਰਦੁਆਰੇ ਜਾਂਦੇ ਹਾਂ, ਗੁਰਦੁਆਰੇ ਜਾ ਕੇ ਜਿਹੜਾ ਹੈਗਾ ਫਿਰ ਕਿਤੇ ਤੀਰਥਾਂ 'ਤੇ ਚਲੇ ਜਾਂਦੇ ਹਾਂ, ਉੱਥੇ ਨਹਾ ਲਿਆ, ਉੱਥੇ ਕਰ ਲਿਆ। ਭਾਈ ਅੰਦਰ ਦੀ ਯਾਤਰਾ ਕਿੱਥੇ ਹੋ ਰਹੀ ਆ? ਅੰਦਰ ਦੀ ਯਾਤਰਾ ਕਿੱਥੇ ਹੋ ਰਹੀ ਆ? ਆਪਾਂ ਨੇ ਤਾਂ ਅੰਦਰ, ਆਤਮਾ ਤਾਂ ਆਪਣੇ ਅੰਦਰ ਆ, ਪਰਮਾਤਮਾ ਤਾਂ ਆਪਣੇ ਅੰਦਰ ਆ, ਮਾਲਕ ਤਾਂ ਆਪਣੇ ਅੰਦਰ ਆਤਮਾ ਹੈਗੀ। ਉਹ ਕਹਿੰਦਾ ਮੈਂ ਤਾਂ ਆਖਰੀ ਦਮ ਤੱਕ, ਲਾਸਟ ਡੇ ਜਦ ਆਪਣਾ ਡੈਥ ਹੈ, ਆਖਰੀ ਦਮ ਤੱਕ ਵੀ ਮਾਲਕ ਦੇਖਦਾ ਕਦੀ ਤਾਂ ਇਹ ਜਿਹੜਾ ਹੈਗਾ ਮੇਰੇ ਵੱਲ ਆਊਗਾ, ਕਦੀ ਤਾਂ ਮੇਰੇ ਵੱਲ ਮੂੰਹ ਕਰੂਗਾ। ਇਹ ਆਖਰੀ ਦਿਨ ਵੀ ਜੇ ਆਪਾਂ ਮਾਲਕ ਵੱਲ ਨੂੰ ਮਾਲਕ ਨੂੰ, ਆਤਮਾ ਨੂੰ ਯਾਦ ਕਰ ਲਈਏ ਤੇ ਜੂਨਾਂ ਦੇ ਵਿੱਚ ਨਹੀਂ ਜਾਵਾਂਗੇ ਆਪਾਂ। ਨਹੀਂ ਤਾਂ ਵਾਪਸ ਜਿਹੜਾ ਹੈਗਾ ਜੋ ਸਾਈਕਲ ਚੱਲ ਰਿਹਾ ਹੈ, ਜੋ ਘੁੰਮ ਰਿਹਾ, ਸਾਰੀ ਸ੍ਰਿਸ਼ਟੀ ਜਿਹੜੀ ਹੈ ਘੁੰਮ ਰਹੀ ਹੈ। ਕਰੋੜਾਂ ਵਾਰੀ ਜਦ ਦੀ ਦੁਨੀਆ ਬਣਾਈ ਹੈ ਮਾਲਕ ਨੇ, ਉਦੋਂ ਦੇ ਆਪਾਂ ਹੈਗੇ। ਔਰ ਜਦ ਦੀ ਦੁਨੀਆ ਜਦ ਤੱਕ ਰਹੇਗੀ ਉਦੋਂ ਤੱਕ ਰਵਾਂਗੇ, ਜੇ ਆਪਾਂ ਇਸ ਗੇਮ 'ਚੋਂ ਨਿਕਲਣ ਦਾ ਯਤਨ ਮਨੁੱਖ ਸਰੀਰ ਦੇ ਵਿੱਚ ਨਹੀਂ ਕਰਦੇ। ਤੇ ਉਹਨੂੰ ਮਾਲਕ ਨੂੰ ਕੋਈ ਪ੍ਰੋਬਲਮ ਨਹੀਂ। ਆਪਾਂ ਜਿਹੜੇ ਹੈਗੇ ਚਾਹੀਏ ਤੇ ਇਸ ਨੂੰ, ਇਹ ਗੇਮ ਜਿਹੜੀ ਹੈਗੀ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ, ਮਾਇਆ ਦੇ ਭੋਗਾਂ ਦੇ ਵਿੱਚ ਜਿਹੜੇ ਹੈ, ਇਹਨੂੰ ਜਿਹੜੇ ਹੈਗੇ ਆਪਣੀ ਮਨੁੱਖ ਸਰੀਰ ਨੂੰ ਗਵਾ ਦਿਓ। ਉਹ ਕਹਿੰਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਤੂੰ ਮਰਨ ਵਾਲਾ ਹੈ ਨਹੀਂ ਗਾ, ਮੈਂ ਹੀ ਤੇਰੇ ਅੰਦਰ ਹੈਗਾ ਆ। ਬਸ ਆ ਗੇਮ ਹੈਗੀ ਆ, ਇਹ ਸਰੀਰ ਬਦਲ ਜਾਏਗਾ ਪਿਆਰਿਆ। ਪਤਾ ਨਹੀਂ ਕਿ ਜਿਹੇ ਜੇ ਤੇਰੇ ਕਰਮ ਹੈਗੇ ਉਹੀ ਜੀ ਤੈਨੂੰ ਜੂਨ ਲੱਭ ਜਾਏਗੀ। ਔਰ ਉਸ ਜੂਨ ਦੇ ਵਿੱਚ ਇਸ ਤਰ੍ਹਾਂ ਫਿਰ ਵਾਪਸ ਤੇਰੀ ਬਾਰੀ ਖਸਮ ਕਢਾਏ, ਮਾਲਕ ਨੇ ਬਾਰੀ ਕਢਾਉਣੀ ਹੈ, ਦੁਬਾਰਾ ਫਿਰ ਚਾਂਸ ਮਿਲੇਗਾ। ਐਵੇਂ ਪਤਾ ਨਹੀਂ ਹਜ਼ਾਰਾਂ ਕਰੋੜਾਂ ਵਾਰੀ ਆਪਾਂ ਚਾਂਸ ਲੈ ਚੁੱਕੇ ਹਾਂ ਔਰ ਉਹ ਗਵਾ ਚੁੱਕੇ ਹਾਂ। ਔਰ ਇਹ ਬ੍ਰਹਮ ਗਿਆਨ ਮਿਲਣਾ, ਔਰ ਦੇਖ ਲਓ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਇਹ ਬਾਣੀ ਪੜ੍ਹਦਿਆਂ ਨੂੰ ਔਰ ਗਿਆਨ ਲੈਂਦਿਆਂ ਨੂੰ। ਕਦੀ ਆਪਾਂ ਨੇ ਸੋਚਿਆ ਹੀ ਨਹੀਂ ਵੀ ਆਹ ਕੰਮ ਤਾਂ ਆਹ ਹੈਗਾ ਭਾਈ, ਕੰਮ ਤਾਂ ਆਪਣੇ ਆਪ ਨੂੰ ਦੇਖਣ ਦਾ ਹੈਗਾ। ਔਰ ਆਪਾਂ ਹੈ ਕੌਣ? ਆਪਾਂ ਕੋਈ ਕਹਿੰਦਾ ਮੈਂ ਆਦਮੀ ਤੀਵੀਂ, ਆਪਾਂ ਜਿਹੜੇ ਹੈਗੇ ਆ, ਆਪਾਂ ਸਪਰਮ ਜਿਹੜਾ ਹੁੰਦਾ ਹੈ, ਸਪਰਮ ਜਿਹੜਾ ਹੈ ਸ਼ੁਕਰਾਣੂ, ਉਹ ਵੀ ਆਪਾਂ ਨਹੀਂ ਹੈਗੇ। ਉਹਦੇ ਵਿੱਚ ਜਿਹੜੇ ਹੈਗੀ ਆਪਾਂ ਉਹਦੇ ਵਿੱਚ ਫਿੱਟ ਹੈਗੇ ਆ, ਸੋਲ ਆਪਾਂ ਹੈਗੇ ਆਤਮਾ, ਔਰ ਉਹ ਸ਼ੁਕਰਾਣੂ ਦੇ ਵਿੱਚ ਫਿੱਟ ਹੈ। ਸ਼ੁਕਰਾਣੂ ਵੀ ਉਹਦੀ ਬਾਡੀ ਹੈ, ਸ਼ੁਕਰਾਣੂ ਉਹਦੇ ਵਾਸਤੇ GT ਰੋਡ ਹੈਗੀ। ਕਬੀਰ ਜੀ ਕਹਿੰਦੇ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ 10ਵੇਂ ਪਾਏ। ਮੁਕਤ ਦੁਆਰਾ ਕਿੰਨਾ? ਰਾਈ ਦਾ 10ਵਾਂ ਹਿੱਸਾ ਹੈਗਾ। ਰਾਈ ਜਿਹੜੀ ਹੈ ਸਰੋਂ ਦਾ ਦਾਣਾ, ਉਹਦਾ 10ਵਾਂ ਹਿੱਸਾ ਹੈ ਮੁਕਤੀ ਦਾ ਦੁਆਰਾ, ਉਹਦੇ ਵਿੱਚੋਂ ਦੀ ਲੰਘਣਾ ਹੈ ਆਪਾਂ ਨੇ। ਮਨ ਤੋਂ ਮੈਗਲ ਹੋਏ ਰਹੋ ਨਿਕਸਿਓ ਕਿਉਂ ਕਰ ਜਾਏ। ਮਨ ਤਾਂ ਕਹਿੰਦੇ ਹਾਥੀ ਬਣਿਆ ਹੋਇਆ ਹੈ, ਮਨ ਕਿਵੇਂ ਨਿਕਲੂਗਾ ਉਸ ਰਾਈ ਦੇ 10ਵੇਂ ਹਿੱਸੇ ਚੋਂ ਪਾਈ? ਇੰਨੀ ਤਾਂ ਆਪਣੇ ਅੰਦਰ ਹਉਮੈ ਹੈਗੀ ਹੈ। हाँ देखो कह रहे महाराज कि तुद जग में खेल रचाया विच हौमे पाइया। आ गेम हैगी आ हौमे हैगी आ।
ਬਈ ਆਪਾਂ ਆਪਣੇ ਆਪ ਨੂੰ ਸਰੀਰ ਸਮਝਦੇ ਹਾਂ। ਸਰੀਰ ਸਮਝਦੇ ਹਾਂ ਤੇ ਸਰੀਰ ਨੂੰ ਆਪਾਂ ਕੀ ਕਰਦੇ ਹਾਂ, ਸਾਰਾ 24 ਘੰਟੇ ਰਾਊਂਡ ਦੀ ਕਲਾਕ 24/7 ਸਰੀਰ ਦੇ ਵਾਸਤੇ ਹੀ ਕਰ ਰਹੇ ਹਾਂ, ਪਰਿਵਾਰ ਦੇ ਵਾਸਤੇ, ਸਰੀਰ ਦੇ ਵਾਸਤੇ। ਬਸ ਆ ਕਰ ਲਓ, ਉਹ ਕਰ ਲਓ, ਉਹ ਕਰ ਲਓ, ਸਾਰੇ ਕੰਮ ਕਰ ਲਓ, ਖਾ ਲਓ, ਪੀ ਲਓ, ਇਸ ਨੂੰ ਕਰਾਈ ਜਾ ਰਹੇ, ਇਸ ਨੂੰ ਪੜਾਈ ਜਾ ਰਹੇ। ਆਤਮਾ ਨੂੰ ਤਾਂ ਕਦੀ ਆਪਾਂ ਨੇ ਦੇਖਿਆ ਵੀ ਨਹੀਂ ਹੈ। ਆਤਮਿਕ ਭੋਜਨ ਆਪਾਂ ਨੇ ਲਿਆ ਹੀ ਨਹੀਂ ਹੈ। ਔਰ ਵਿਚਾਰ ਜਿਹੜੇ ਹੈਗੇ, ਬਾਣੀ ਮਹਾਰਾਜ ਕਹਿੰਦੇ ਆ, ਜਿਚਰ ਇਹ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਅਹੰਕਾਰ। ਜਦ ਤੱਕ ਇਹ ਲਹਿਰਾਂ ਚੱਲ ਰਹੀਆਂ, ਵਿਚਾਰ ਚੱਲ ਰਹੇ, ਤੇਰੇ ਹਉਮੈ ਤੇ ਅਹੰਕਾਰ ਰਹਿਣਾ ਹੀ ਰਹਿਣਾ ਹੈ ਭਾਈ। ਸ਼ਬਦੇ ਸਾਧ ਨਾ ਆਵੇ, ਨਾਮ ਨਾ ਲੱਗੇ ਪਿਆਰ। ਸ਼ਬਦ ਦੇ ਸਵਾਦ ਵੀ ਨਹੀਂ ਆਏਗਾ ਤੈਨੂੰ ਅੰਮ੍ਰਿਤ ਦਾ, ਤੇ ਨਾ ਨਾਮ ਦੇ ਨਾਲ ਪਿਆਰ ਲੱਗੇਗਾ। ਜਿਹੜਾ ਨਾਮ ਅੰਦਰ ਪਿਆ ਹੋਇਆ, ਉਸ ਨਾਮ ਦੀ ਪ੍ਰਾਪਤੀ ਦੇ ਵਾਸਤੇ ਵੀ ਤੂੰ ਕੁਝ ਕਰ ਨਹੀਂ ਪਾਏਗਾ। ਨਾਮ ਤਨ ਇਕੱਠਾ ਨਹੀਂ ਕਰੇਗਾ। ਨਾਮ ਤਨ ਕਦੋਂ ਮਿਲਦਾ? ਜਦ ਆਪਾਂ ਵਿਚਾਰ ਸ਼ੂਨਯ ਹੁੰਦੇ ਹਾਂ, ਜਦ ਆਪਾਂ ਚੁੱਪ ਹੋ ਜਾਂਦੇ ਹਾਂ। ਔਰ ਵਿਚਾਰ ਜਿਹੜੇ ਹੈਗੇ ਇਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਆ? ਇਹ ਅਪੋਜ਼ਿਟ ਟੀਮ ਹੈਗੀ ਆ। ਇਹ ਅਪੋਜ਼ਿਟ ਟੀਮ ਨੇ ਕੀ ਕਰਨਾ ਹੈ? ਆਪਣੇ ਕੋਲ ਦੇਖੋ, ਇੱਕ ਆਤਮਾ ਮਨ ਹੈਗਾ ਔਰ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਸੁਰਤ ਹੈਗੀ ਆ। ਆਹ ਚੀਜ਼ਾਂ ਆਪਣੇ ਕੋਲ, ਸੁਰਤ, ਮਤ, ਮਨ, ਬੁੱਧ, ਆਹ ਚੀਜ਼ਾਂ ਹੈਗੀਆਂ। ਇਹ ਚੀਜ਼ਾਂ ਨੂੰ ਆਪਾਂ ਨੇ ਘੜਨਾ ਹੈ। ਔਰ ਇੱਕ ਚੀਜ਼ ਆਪਾਂ ਨੂੰ ਜਿਹੜੇ ਹੈਗੇ, ਆਪਣੇ ਕੋਲ ਸਕਰੀਨ, ਜਿਸ ਤਰ੍ਹਾਂ ਫੋਨ ਦਾ, ਮੋਬਾਈਲ ਦਾ, ਲੈਪਟਾਪ ਦਾ ਸਕਰੀਨ ਆ, ਟੀਵੀ ਦਾ ਸਕਰੀਨ ਆ, ਉਸ ਤਰ੍ਹਾਂ ਹੀ ਜਿਹੜਾ ਆਪਣਾ ਚਿੱਤ ਹੈਗਾ, ਆਪਣੇ ਅੰਦਰ ਚਿੱਤ ਹੈਗਾ। ਔਰ ਚਿੱਤ ਦੇ ਉੱਤੇ ਵਿਚਾਰ ਆਉਂਦੇ ਆ, ਵਿਚਾਰ ਡਿਸਪਲੇ ਹੁੰਦੇ ਆ ਚਿੱਤ ਦੇ ਉੱਤੇ। ਔਰ ਵਿਚਾਰ ਜਿਹੜੇ ਹੈਗੇ, ਐਸਾ ਮਾਲਕ ਨੇ ਪ੍ਰੋਸੈਸਰ ਕਹਿ ਲਓ ਇਹਨੂੰ, ਇਹ ਆਪਣੇ ਕੰਪਿਊਟਰ ਦਾ, ਕਿ ਇਹਦੇ ਵਿੱਚ 2 ਵਿਚਾਰ ਇਕੱਠੇ ਨਹੀਂ ਜਾ ਸਕਦੇ, ਪੈਰਲਲ ਨਹੀਂ ਜਾ ਸਕਦੇ। 2 ਜਗ੍ਹਾ ਆਪਾਂ ਨਹੀਂ ਸੋਚ ਸਕਦੇ ਐਟ ਏ ਟਾਈਮ। ਇੱਕ ਵਿਚਾਰ ਸੋਚਾਂਗੇ ਔਰ ਉਸ ਵਿਚਾਰ ਨੂੰ ਜਿਹੜਾ ਛੱਡਾਂਗੇ ਤੇ ਦੂਸਰਾ ਵਿਚਾਰ ਆਏਗਾ। ਸੁਰਤ ਆਪਣੇ ਕੋਲ ਹੈਗੀ ਬਈ, ਜਿਵੇਂ ਆਕਾਸ਼ ਦੇ ਉੱਤੇ ਪਤੰਗ ਆਈ ਕੋਈ ਵਿਚਾਰ ਦੇ ਰੂਪ 'ਚ, ਉਹਦੇ ਕੋਲ ਕੋਈ ਤਾਕਤ ਨਹੀਂ ਹੈ, ਬਿਲਕੁਲ ਕਮਜ਼ੋਰ ਵਿਚਾਰ ਹੈਗਾ ਉਹ। ਆਪਾਂ ਨੇ ਆਪਣੀ ਸੁਰਤ ਉਹਦੇ ਨਾਲ ਜੋੜ ਲਈ, ਦੇਖ ਲਿਆ ਵੀ ਆਹ ਵਿਚਾਰ ਆ ਗਿਆ, ਸੁਰਤ ਜੋੜ ਲਈ। ਜਿੰਨੀ ਦੇਰ ਮਰਜ਼ੀ ਜਿਹੜਾ ਹੈਗਾ ਉਹ ਪਤੰਗ ਨੂੰ ਉਡਾਈ ਜਾਓ, ਜਿੰਨੀ ਦੇਰ ਮਰਜ਼ੀ। ਜਿੰਨਾ ਉਡਾਵਾਂਗੇ ਉਨੀ ਖਾਦ ਪਾਣੀ ਪਾ ਰਹੇ, ਉਨਾ ਉਹ ਜਿਹੜਾ ਛੋਟਾ ਜਿਹਾ ਬੂਟਾ ਜਿਹੜਾ ਹੈਗਾ ਉਹ ਵੱਡਾ ਦਰਖਤ ਬਣ ਜਾਏਗਾ। ਜੀਵਨ ਦੇ ਵਿੱਚ ਥੋੜ੍ਹੇ ਜਿਹੇ ਵਿਚਾਰ ਹੈਗੇ ਆ, ਥੋੜ੍ਹੇ ਜਿਹੇ, ਉਹਨਾਂ ਨੂੰ ਆਪਾਂ ਰੋਜ਼ ਜਿਹੜਾ ਹੈਗਾ ਉਹੀ ਬੂਟਿਆਂ ਦੇ ਥੱਲੇ ਜਾ ਕੇ ਬਹਿ ਜਾਂਦੇ ਆਪਾਂ। ਔਰ ਜੋ ਉਹ ਵਿਚਾਰ ਕੀ ਹੈ? ਉਹ ਵਿਚਾਰ ਜਿਹੜੇ ਹੈਗੇ, ਉਹ ਪਾਣੀ ਜਿਹੜਾ ਹੈ ਪੁਲ ਦੇ ਥੱਲੋਂ ਦੀ ਲੰਘ ਚੁੱਕਾ ਹੈ। ਉਹ ਪਾਸਟ ਦੇ ਵਿਚਾਰ ਹੈਗੇ ਜਾਂ ਫਿਊਚਰ ਦੇ ਹੈਗੇ। ਆਪਾਂ ਜਿਹੜੇ ਹੈਗੇ ਉਹਨਾਂ ਦੇ ਨਾਲ ਹੀ ਜਿਹੜਾ ਹੈਗਾ ਉਲਝੀ ਜਾ ਰਹੇ। ਹਾਂ, ਇਸ ਤਰ੍ਹਾਂ ਹੋਇਆ ਸੀਗਾ, ਮੈਂ ਜੇ ਇਸ ਤਰ੍ਹਾਂ ਕਰ ਦਿੰਦਾ, ਦੋਨੋਂ ਕਰੈਕਟਰ ਆਪਾਂ ਹੀ ਬਣ ਜਾਂਦੇ ਹਾਂ। ਉਹਨੇ ਇਸ ਤਰ੍ਹਾਂ ਕੀਤਾ ਸੀਗਾ, ਮੈਂ ਇਸ ਤਰ੍ਹਾਂ ਕਰ ਲੈਂਦਾ, ਉਹ ਇਸ ਤਰ੍ਹਾਂ ਹੋ ਜਾਂਦਾ, ਇਸ ਤਰ੍ਹਾਂ। ਬਸ ਉਹੀ ਵਿਚਾਰ ਦੋਨੋਂ ਪਾਸੇ ਦੇ ਲਈ ਜਾ ਰਹੇ ਆ। ਮਿਲਣਾ ਮਿਲਾਉਣਾ ਕੁਛ ਵੀ ਨਹੀਂ ਆ। ਔਰ ਆਪਣਾ ਜਿਹੜਾ ਹੈਗਾ ਮੂਲ ਧਨ ਜਿਹੜਾ ਹੈਗਾ, ਸਵਾਸ ਜਿਹੜੇ ਹੈਗੇ ਉਹ ਖਤਮ ਹੋ ਜਾਂਦੇ ਉਹਦੇ ਵਿੱਚ। ਆਹ ਮਨ ਰੂਪੀ ਘੋੜਾ ਹੈਗਾ, ਇਹਨੂੰ ਵਸ 'ਚ ਕਰਨਾ ਆ। ਇਹ ਮਨ ਜਿਹੜਾ ਹੈਗਾ ਇਹ ਆਪਣੇ ਉੱਤੇ ਸਵਾਰ ਆ, ਆਪਾਂ ਨੇ ਇਹਦੇ ਉੱਤੇ ਸਵਾਰ ਹੋਣਾ। ਔਰ ਜਿੰਨੇ ਵਿਚਾਰ ਲੈ ਰਹੇ ਆਪਾਂ, ਇਹ ਟ੍ਰੇਨ ਦੇ ਡੱਬਿਆਂ ਵਾਂਗੂ ਇਹ ਪਤੰਗਾਂ ਆਉਂਦੀਆਂ। ਇੱਕ ਡੱਬਾ ਗਿਆ, ਉਹਦੇ ਬਾਅਦ ਗੈਪ ਹੈਗਾ, ਫਿਰ ਦੂਸਰਾ ਡੱਬਾ ਆਏਗਾ, ਫਿਰ ਦੂਸਰਾ ਡੱਬਾ ਆਏ, ਇੱਕ ਕਰਕੇ ਇਸ ਤਰ੍ਹਾਂ ਇੱਕ ਜਾਏਗਾ ਡੱਬਾ, ਗੈਪ, ਫਿਰ ਦੂਸਰਾ ਡੱਬਾ। ਔਰ ਆਪਾਂ ਜਿਹੜੇ ਵਿਚਾਰ ਜਿਹੜੇ ਹੈਗੇ, ਹੁਣ ਮਹਾਰਾਜ ਕਹਿੰਦੇ ਆ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਅੱਛਾ, दूसरे फिर महाराज कहते आ, मन कहाँ चलो, रहो घरे। कहता किधर जा रहे हैं, किहड़ा विचार लै रहे हैं, क्यों तू आ विचार लै रहे हैं भाई, क्यों तू आ विचार लै रहे हैं, काहदे वास्ते लै रहे हैं? तू आ चीज़ तेरी, तेनू इस चीज़ की है, तेरे अंदर नीड है, तेरे अंदर जरूरत है, तेरे पेट नू जरूरत है, तू आ सोच, आ खाण की सोच रहे हैं, आ चीज़ इस तरह है, काहदे वास्ते? बस मन नू चैक पोस्ट लाउणी है। अपने घर दे अगे एक संतरी जिहड़ा हैगा बिठाउणा है आपां ने, जिहड़ा कि मन नू पुछे बई क्यों, काहदे वास्ते, क्यों आ विचार लै रहे हैं, क्यों आ चीज़ चाहिए है तैनू, काहदे वास्ते चाहिए, क्यों आ धोखा करन लगा है, काहदे लई? बस ये हैगा
ਇਹਨੂੰ ਕਹਿੰਦੇ ਆ ਭਗਤੀ। ਆਇਆ ਭਗਤੀ। ਆਪ ਦੇਖੋ ਪਾਠ ਕਰਨਾ, ਈਵਨ ਜਿਹੜਾ ਹੈਗਾ ਨਾਮ ਜਪਣਾ, ਜਿਹੜਾ ਹੈਗਾ ਕੀਰਤਨ ਸੁਣਨਾ, ਬਾਣੀ ਸੁਣਨਾ, ਤੀਰਥ, ਇਹ ਸਾਰਾ ਕੁਝ ਰੌਲ ਲਾਉਣੀ ਬਹੁਤ ਈਜ਼ੀ ਹੈਗੀ। ਜਿੰਨੀ ਦੇਰ ਮਰਜ਼ੀ ਲਗਾ ਲਓ। ਮਨ ਕਹਿੰਦਾ ਨੋ ਪ੍ਰੋਬਲਮ ਐਟ ਆਲ, ਤੂੰ ਜਿੰਨੀ ਦੇਰ ਮਰਜ਼ੀ ਮੇਰੇ ਕੋਲ ਰੌਲ ਲਵਾ ਲਾ, ਜਿੰਨੀ ਦੇਰ ਮਰਜ਼ੀ ਪਾਠ ਕਰਾ ਲਾ, ਜਿੰਨੀ ਦੇਰ ਮਰਜ਼ੀ ਨਾਮ ਜਪਾ ਲਾ। ਕਿਉਂ? ਕਿਉਂਕਿ ਮਨ ਜਿਹੜਾ ਹੈਗਾ ਨਿਕਲ ਜਾਂਦਾ ਹੈ। ਆਟੋ ਪਾਇਲਟ ਤੇ ਚੱਲਦਾ ਹੈ ਗੇਮ ਸਾਰੀ ਦੀ ਸਾਰੀ, ਮਨ ਨਿਕਲ ਜਾਂਦਾ ਹੈ। ਇਸ ਕਰਕੇ ਮਨ ਜਿਹੜਾ ਹੈਗਾ ਲਾਈਕ ਕਰਦਾ ਹੈ ਇਸ ਚੀਜ਼ ਨੂੰ। ਇੱਥੇ ਜਿਹੜਾ ਹੈਗਾ ਆਪਾਂ ਨੇ ਸਟਾਰਟ ਜਰਨੀ ਹੀ ਕਰਨੀ ਆ, ਮਨ ਦੇ ਉੱਤੇ ਚੈੱਕ ਪੋਸਟ ਲਗਾਉਣੀ। ਕਿੱਧਰ ਜਾ ਰਹੇ ਹੈ, ਕਿਉਂ? ਬਸ ਇਹਨੂੰ ਭਗਤੀ ਕਹਿੰਦੇ ਆ। ਆਪਣੇ ਵਿਚਾਰ ਰੋਕਣੇ ਇਹਨੂੰ ਭਗਤੀ ਕਹਿੰਦੇ ਆ। ਵਿਚਾਰ ਮਾਰੇ, ਪਹਿਲੀ ਪਾਤਸ਼ਾਹੀ, ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨ ਨਾ ਆਵੇ। ਜਿਹਨੇ ਆਪਣੇ ਵਿਚਾਰ ਮਾਰ ਰਹੇ, ਤਰ ਵੀ ਗਿਆ ਤਾਂ ਤਾਰ ਵੀ ਦਊਗਾ ਉਹ, ਔਰ ਦੁਬਾਰਾ ਜੂਨਾਂ ਦੇ ਵਿੱਚ ਨਹੀਂ ਆਏਗਾ। ਨਿਕਲ ਗਈ ਉਹ ਟਿੰਡ ਬਾਹਰ। ਆ ਗੇਮ ਹੈਗੀ ਭਾਈ, ਆ ਗੇਮ ਹੈਗੀ। ਸਮਾਂ ਆਪਣਾ ਹੈਗਾ, ਯਾਤਰਾ ਆਪਣੀ ਹੈਗੀ ਆ। ਆਪਾਂ ਸੋ ਕੋਈ ਮਹਾਂਪੁਰਖ, ਕੋਈ ਨਾ ਆਪਣਾ ਸਮਾਂ ਗਵਾਈਏ ਭਾਈ। ਆ ਸਭ ਤੋਂ ਜ਼ਿਆਦਾ ਜਿਹੜੇ ਹੈਗੇ ਆ, ਇਹ ਜਿਹੜੀ ਗੁਰੂ ਗ੍ਰੰਥ ਸਾਹਿਬ, ਇਹਦੇ ਵਿੱਚ ਸਿਰਫ ਜਿਹੜੇ ਹੈਗੇ ਉਹ ਬ੍ਰਹਮ ਗਿਆਨੀ ਜਿਹੜੇ ਜਿਨ੍ਹਾਂ ਨੇ ਇਹ ਯਾਤਰਾ ਕਰ ਲਈ, ਜਿਹੜੀਆਂ ਟਿੰਡਾਂ ਬਾਹਰ ਨਿਕਲ ਗਈਆਂ, ਉਹਨਾਂ ਨੇ ਆਪਣੀ ਸੇਧ ਦਿੱਤੀ ਹੋਈ ਆਪਾਂ ਨੂੰ। ਆ ਜੋ ਗਿਆਨ ਕਹਿੰਦਾ ਹੈ, ਇਹ ਗਿਆਨ ਲਈਏ ਔਰ ਸੁਖੈਨ ਜਿਹੜੇ ਹੈਗੇ, ਇਹ ਜੀਵਨ ਜਿਹੜਾ ਮਨੁੱਖੀ ਜੂਨ ਪਾਈ ਹੋਈ ਹੈ, ਇਹਨੂੰ ਆਪਾਂ ਗੇਮ ਨੂੰ ਜਿੱਤ ਜਾਈਏ। ਹੁਣ ਮਹਾਰਾਜ ਕਹਿੰਦੇ ਆ, ਇਨ ਮਾਇਆ ਮੋਹਣੀ ਮੋਹੀਆ ਨਿਤ ਫਿਰੇ ਪਰਮਾਈਆਂ, ਹਾਠਾ ਦੋਵੇਂ ਕੀਤਿਓ ਸ਼ਿਵ ਸ਼ਕਤ ਵਰਤਾਈਆ। ਕਹਿੰਦੇ ਦੋਨੋਂ ਦੇ ਦੋਨੋਂ ਹਾਠ ਮਾਲਕ परमात्मा ने बनाए है पाए, शिव और शक्ति। शिव किया आत्मा, शक्ति किया माया पावर। शिव शक्ति वरता दी मालक ने। दोनों हाठ, एक स्पिरिचुअल आत्मा वाल दी जर्नी, एक जिहड़ी है माया वाल दी जर्नी, बाहर दी जर्नी। ये दोनों दे दोनों जिहड़े हैगे, भावें आपां ਧਿਆਨ ਆਪਾਂ ਕਿੰਨਾ ਵੀ ਪਾਠ ਕਰ ਰਹੇ ਹਾਂ, ਨਾਮ ਜਪ ਰਹੇ ਹਾਂ, ਜੇ ਆਪਾਂ ਮਨ ਨਹੀਂ ਖੜਾ ਕਰ ਰਹੇ ਪਾਏ, ਤਾਂ ਵੀ ਜਿਹੜਾ ਹੈਗਾ ਉਹ ਨਹੀਂ ਗੱਲ ਕਰੇ। ਬਾਣੀ ਕਹਿੰਦੀ ਆ ਕਿ ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ। ਉਹ ਉੱਥੇ ਕਹਿੰਦੇ ਆ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ। ਉਹਨੂੰ ਕੱਚੀ ਕਹਿੰਦੇ ਆ ਕਿਉਂਕਿ ਮਨ ਬਾਹਰ ਹੈਗਾ, ਉਹ ਕਿਵੇਂ ਪੱਕ ਜਾਏਗੀ ਭਾਈ। ਹਰ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰੀ ਜਾ ਰਹੇ, ਮਨ ਜਿਹੜਾ ਹੈਗਾ ਘੁੰਮ ਰਿਹਾ, ਮਨ ਫਰੀ ਛੱਡਿਆ ਹੋਇਆ। ਨਿਤਨੇਮ ਕਰਦੇ ਆ ਨਿਤਨੇਮ ਦੀ ਗੱਲ, ਨਿਤਨੇਮ ਦੇ ਵਿੱਚ ਬਾਣੀ ਹੈਗੀ, ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਬੜੀ ਤੇਜ਼ੀ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਆ, ਬਾਣੀ ਪੜ੍ਹਦੇ ਆ, ਪਾਠ ਕਰਦੇ ਆ, ਪਰ ਚਿੱਤ ਜਿਹੜਾ ਹੈਗਾ ਫਰੀ ਛੱਡਿਆ ਹੋਇਆ। ਉਹ ਮਾਇਆ ਉਹ ਘੁੰਮ ਰਿਹਾ ਆ। ਸੁਰਤ ਜਿਹੜੀ ਕਿਤੇ ਦੀ ਕਿਤੇ ਘੁੰਮ ਰਹੀ ਹੈ, ਮੂੰਹ ਦੇ ਨਾਲ ਲੱਗਿਆ ਹੋਇਆ ਭਾਈ, ਔਰ ਪਤਾ ਵੀ ਨਹੀਂ ਲੱਗਦਾ ਜਿਹੜਾ ਹੈਗਾ ਬਈ ਜਿਹੜਾ ਹੈਗਾ ਇੱਕ ਦੂਜੀ ਬੋਲ ਲੱਖੋਂ ਮੈਂ ਇਹ ਕਰ ਲਿਆ ਸੀਗਾ ਕਿ ਨਹੀਂ ਕਰ, ਉੱਥੇ ਪਹੁੰਚ ਗਿਆ ਜੀ ਜਿੰਨੀ ਨਾਮ ਤੇ ਆਇਆ, ਮੈਂ ਆਹ ਕੀਤਾ ਸੀ ਕਿ ਨਹੀਂ, ਕੋਈ ਪਤਾ ਹੀ ਨਹੀਂ ਹੈ। ਉਹ ਤਾਂ ਆਟੋ ਪਾਇਲਟ ਤੇ ਪਾਠ ਚੱਲ ਰਿਹਾ ਹੈ, ਬਸ ਪਤਾ ਹੈ ਨਹੀਂ ਵੀ ਕੀਤਾ ਕਿ ਕੀਤਾ ਕੀ। ਰਵਾਨੀ ਦਾ ਕੀ ਮਤਲਬ ਹੈ? ਰਵਾਨੀ ਦਾ ਮਤਲਬ ਬਹੁਤ ਤੇਜ਼ੀ ਦੇ ਨਾਲ, ਬਹੁਤ ਤੇਜ਼ੀ ਦੇ ਨਾਲ ਕਰਦੇ ਹਾਂ ਆਪਾਂ। ਬਹੁਤ ਮੇਰੇ ਵਰਗੇ ਨੂੰ ਤਾਂ ਦੇਖੋ ਸੁਖਮਨੀ ਸਾਹਿਬ ਜਿਹੜਾ ਹੈਗਾ ਅੱਧਾ ਘੰਟਾ ਵੀ ਨਹੀਂ ਲੱਗਦਾ ਸੀਗਾ। ਇਹ ਤਾਂ ਜਿਹੜਾ ਹੈਗਾ ਜਦ ਤੱਕ ਮਨ ਨਹੀਂ ਹੈਗਾ, ਮਨ ਦੇ ਰਾਮ ਲਿਆ ਹੈ ਮੋਲ। ਮਨ ਦੇਣਾ ਪਊਗਾ, ਮਨ ਲਗਾਉਣਾ ਪਊਗਾ। ਜਦ ਤੱਕ ਮਨ ਨਹੀਂ ਲਗਾਵਾਂਗੇ ਗੱਲ ਨਹੀਂ ਬਣੇਗੀ। ਔਰ ਮਹਾਰਾਜ ਕਹਿੰਦੇ ਆ ਹਾਠਾ ਦੋਵੇਂ ਕੀਤਿਓ ਸ਼ਿਵ ਸ਼ਕਤ ਵਰਤਾਈਆ। ਇਹ ਦੋਨੋਂ ਜਿਹੜੇ ਆ ਮਾਇਆ ਔਰ ਜਿਹੜਾ ਹੈਗਾ ਅਧਿਆਤਮਿਕ ਲਿਵ, ਦੋਨੋਂ ਹਾਠ ਜਿਹੜੇ ਮਾਲਕ ਨੇ ਬਣਾਏ ਹੋਏ ਆ। ਔਰ ਆਪਾਂ ਮਾਲਕ ਦੇ ਪੁੱਤ ਹੈਗੇ ਆ, ਆਪਾਂ ਮਾਲਕ ਦੇ ਪੁੱਤ ਆ। ਮਾਲਕ ਸਾਰਾ ਕੁਝ ਮਾਲਕ ਕਰਦਾ ਆ। ਮਾਲਕ ਕਹਿੰਦਾ ਇੱਥੇ ਜਿਹੜਾ ਦੁਨੀਆ ਦੇ ਵਿੱਚ ਜਿਹੜਾ ਹੈਗਾ, ਮੈਂ ਤੈਨੂੰ ਸਾਰੀ ਚੀਜ਼ ਹਰ ਟਾਈਮ ਜਦ ਤੇਰੀ ਲੋੜ ਆ, ਲੋੜ ਅਨੁਸਾਰ ਸਭ ਕੁਝ ਦਊਂਗਾ, ਪਰ ਇੱਕ ਚੀਜ਼ ਜਿਹੜੀ ਹੈਗੀ ਉਹ ਮੈਂ ਨਹੀਂ ਦਊਂਗਾ। ਜਦ ਤੱਕ ਡਿਮਾਂਡ ਨਹੀਂ ਹੈ ਤੇ ਮੈਂ ਨਹੀਂ ਉਹ ਚੀਜ਼ ਦਊਂਗਾ। ਉਹ ਹੈਗੀ ਨਾਮ ਵਾਲੀ ਵਸਤੂ।
महाराज कहते हैं कि दाते दात रखी हथ अपने जिस भावै तिस दई। जिन्हों चाहिदी आ उन्होंने दिंदा है मालक परमात्मा। और नाम वाली वस्तु दिंदा है ब्रह्म ज्ञानियों के थ्रू। उन्हें आ गुरु के थ्रू, आ गुरु की मत आ, ये थ्रू देना, इन्हों के थ्रू डिस्ट्रीब्यूट करना है। उन्हें गुरु ने दसना है भाई कि की करना है। बाणी तो सारी कहती है सुन्न गुफा में आसन बैसन कल्प विवर्जित पंथा। कहते सुन्न गुफा दे विच आसन लगा, बैठक कर, उत्थे बैठक कर सुन्न दे विच, इनू भगती कहते हैं। कल्प विवर्जित पंथा कहते इस रस्ते ते कल्पना विवर्जित है, विचार विवर्जित है। विचार नहीं लेने, जे विचार ले ले माया आ गई, घेर लिया माया ने, बस नहीं अंदर वड़न देगी वो। और सुरत जिहड़ी हैगी, सुरत नूं फड़ना है। सुरत कित्थे जा रही है, मन की सोच रहा है, बस उसे नूं वो सुरत नूं मन दे विच ही वाड़ देना है आपां ने। ये मन नूं विंन के जिहड़ा आत्मा मिलदी है। जद तक मन नहीं मरदा तद तक कुछ नहीं हुंदा। ये मन नूं ही मारना है, मन नूं ही जितना है। मन जीते जग जीत। शिव अगे शक्ति हारिया एवै हर पाईया। कहते शिव जिहड़ा हैगा, आत्मा जिहड़ी हैगी, शक्ति जिहड़ी है माया दे अगे हार जाए हरेक दी। एवे हर भाईया, मालक नूं आही चंगा लगता है। मालक ने ऐसी हार्ड गेम पाई हुई है, देख लो किन्नी के दी अहनिस मायाकार ने प्राणी डोलत नीत। कोटन में नानक कोऊ नारायण जह चीत। करोड़ां दे विच कहते हो भी सकता है, नहीं भी हो सकता, कोई एक अद्धा इन्ना क रेशो हैगा। क्यों रेशो घट हैगा भाई? बाकी दुनिया स्वाद चाहती है भाई, दुनिया पदार्थ चाहती है, दुनिया भोग चाहती है। डिमांड ही नहीं है तो सप्लाई कितों होए? मालक नाम वाली चीज़ वस्तु तो कोई लैण वाला ही नहीं हुंदा भाई, कोई लैंदा ही नहीं है, उधर जाता ही नहीं, उसकी डिमांड ही है नहीं। हुण अगे दस रहे, कहते एक विचों ही तुद रखिया जो सत संग मिलाइया। विचों जिहड़े हैगे आ, इहदे विचे ही जिहड़े हुंदे आ, जिहड़े नाम वाले हुंदे आ भाई, टामे जिहड़े हैगे, वो डिमांड करते हैं बापू मैनू तू चाहिदा है, मां मैनू तू चाहिदी है, नहीं चाहिदी खिडौणे मैनू, गोदी चुक मैनू। वो हैगे उन्हां नूं रख लैंदा वो, क्योंकि उन्हां दी डिमांड आ। कोई बच्चे हैगे वो खिडौणे दो खेडी जाते 2-2 3-3 घंटे, एक लत्त मारदा कहंदा नहीं मैनू चुक गोदी, वो तो रोंदा है, वो तो चिंबड़ जाता है मां दे नाल। आ हैगी अज इहनूं कहंदे जिन प्रेम कियो तिन ही प्रभ पायो। आया वो मालक परमात्मा आत्मा दे नाल प्यार। आत्मा तल ते आपां जींदे ही नहीं। आपां कहंदे आ, आपां देख लो किसी नूं भी पुछ लो भाई, कहंदे तू 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 कहंदा मैं तो कल्ला है भाई, कल्ला सीगा मैं तो इन्नी कल्ला। वो कल्ला तो कदी हुंदा ही नहीं आदमी, आत्मा तो हमेशा नाल आ भाई, आत्मा हमेशा नाल आ। आपां जिहड़े हैगे आ सो जाने आ, वो आत्मा जागदी रहिंदी है। आत्मा हमेशा जागदी। आपां सौ गए रात नूं, सवेरे उठदे आ ते सुपना देखिया, किने देखिया सुपना भाई? कौन दसदा भी आ सुपना तू देखिया सीगा? वो दसण वाला आत्मा नहीं सौंदी कदी भी। आत्मा दसदी आपां नूं भी सवेरे आपां ने किहड़ा सुपना देखिया सीगा। और यही आत्मा उत्थे गवाही भरदी है धर्मराज दे, बई इहने कीता आ सारा कुछ, नेरे च भी इहने कीता आ, सारे जिहड़े हैगे अवगुण सारे इहने कीते आ चीटिंग इहने कीती आ, धोखा इहने दिता है, दूसरे दा बटुआ इहने चुक्या है। आत्मा नहीं झूठ बोलती भाई, वो तो परमात्मा का अंश हैगी है। उसे नूं आपां ओही हैगे, आपां उत्थे ही आपां ने जाना है। आही खेड़ हैगी है। एक विचों ही तुद रखिया जो सत्संग मिलाइया, जल विचों बिंब उठा लियो जल माहे समाइया। कहते जल दे विचों ही बूंदा सारियां जिहड़ियां हैगियां ये तरंगां उठदियां आ ते जल दे विच ही समा जांदियां आ। आही गेम हैगी आ मालक परमात्मा दी। आ जिहड़ी हैगी आ इस तरीके दे नाल वो मालक परमात्मा ने ये गेम पाई हुई है। हुण जिहड़ा हैगा आपां जिहड़े हैगे, हुण किवें जिहड़े हैगे आपां ने भगती किवें करनी है, आपां आत्मा दे नेड़े किवें होना है। आपां आत्मा दे नेड़े रोज़ हुन्ने आ, रोज़ आत्मा दे नेड़े जाने।
ਘੱਟ ਤੋਂ ਘੱਟ 7-8 ਘੰਟੇ ਆਪਾਂ ਆਤਮਾ ਦੇ ਨੇੜੇ ਰੋਜ਼ ਸਮਾਂ ਗੁਜ਼ਾਰਦੇ ਹਾਂ। ਜੇ ਆਪਾਂ ਆਤਮਾ ਦੇ ਨੇੜੇ 72 ਘੰਟੇ ਨਾ ਜਾਈਏ ਪਾਗਲ ਹੋ ਜਾਵਾਂਗੇ, ਆਪਾਂ ਕੋਮਾ 'ਚ ਚਲੇ ਜਾਵਾਂਗੇ ਆਪਾਂ, ਜੇ ਆਤਮਾ ਦੇ ਨੇੜੇ 72 ਘੰਟੇ ਤੱਕ ਨਹੀਂ ਜਾਵਾਂਗੇ। ਜਦ ਆਪਾਂ ਸੋ ਜਾਂਦੇ ਹਾਂ ਤੇ ਆਪਾਂ ਆਤਮਾ ਦੇ ਨੇੜੇ ਚਲੇ ਜਾਂਦੇ ਹਾਂ, ਵਿਚਾਰ ਬੰਦ ਹੋ ਜਾਂਦੇ ਆ। ਮਾਲਕ ਕਹਿੰਦਾ ਤੂੰ ਪਤੰਦਰਾ ਇੰਨੀਆਂ ਫਾਈਲਾਂ ਖੋਲ੍ਹਦਾ ਹੈ ਨਾ ਰੋਜ਼, ਇੰਨੇ ਵਿਚਾਰ, ਇੰਨੀਆਂ ਫਾਈਲਾਂ ਤੇਰੀਆਂ ਖੁੱਲ੍ਹੀਆਂ ਹੁੰਦੀਆਂ, ਮੈਂ ਸਾਰੀਆਂ ਡਿਲੀਟ ਕਰੀ ਜਾਂਦਾ ਹੈ ਰਾਤ ਨੂੰ, ਤੇਰੀਆਂ ਸਾਰੀਆਂ ਡਿਲੀਟ ਕਰ ਦੇਣਾ ਵੀ ਅਗਲੇ ਦਿਨ ਘੱਟ ਤੋਂ ਘੱਟ ਤੂੰ ਮੇਰੇ ਵੱਲ ਨੂੰ ਘੱਟ ਤੋਂ ਘੱਟ ਮੇਰੇ ਵੱਲ ਨੂੰ ਆਏਗਾ, ਅਗਲੇ ਦਿਨ ਤਾਂ ਆਏਗਾ। ਫਿਰ ਤੂੰ ਸਰਾਣੇ ਦੇ ਉੱਤੇ ਫਿਰ ਵਾਪਸ ਉਹੀ ਫਾਈਲਾਂ ਖੋਲ੍ਹ ਲੈਣਾ, ਫਿਰ ਵਾਪਸ ਜਿਹੜਾ ਹੈਗਾ ਉਹੀ ਜਿਹੜਾ ਹੈਗਾ ਤੇਰਾ ਆਹੀ ਰੂਟੀਨ ਹੈ ਆਪਣਾ। ਦੇਖ ਲਓ 24 ਘੰਟੇ ਕਿੰਨਾ ਸਮਾਂ ਹੋ ਗਿਆ, 40-40 50-50 ਸਾਲ ਸਾਰਾ ਇਸੇ ਦੇ ਵਿੱਚ ਚਲੇ ਜਾਂਦਾ ਹੈ। ਔਰ ਇਸੇ ਤਰੀਕੇ ਦੇ ਨਾਲ ਇਹ ਫਾਈਲਾਂ ਖੋਲ੍ਹਦੇ ਹੋਏ, ਇਹਨਾਂ ਨੂੰ ਰੀਡ ਕਰਦੇ ਹੋਏ ਆਪਣਾ ਜਿਹੜਾ ਹੈਗਾ ਟਾਈਮ ਆਊਟ ਹੋ ਜਾਣਾ ਹੈ, ਆਪਣੇ ਸਵਾਸ ਮੁੱਕ ਜਾਣੇ। ਔਰ ਧਰਮਰਾਜ ਨੇ ਉੱਥੇ ਜਰਾ ਵੀ ਪਰਮਾਤਮਾ ਦਾ ਕਾਨੂੰਨ ਹੈਗਾ, ਉਹ ਕਹਿੰਦਾ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ। ਜੋ ਕੁਛ ਤੂੰ ਕੀਤਾ ਹੈ ਪਿਆਰਿਆ, ਤੈਨੂੰ ਉਹੀ ਕੁਛ ਮਿਲਣਾ ਹੈਗਾ। ਤੂੰ ਘਾਹ ਫੂਸ ਬੀਜ ਕੇ ਆ ਰਿਹਾ ਹੈ ਤੇ ਘਾਹ ਫੂਸ ਹੀ ਮਿਲੇਗਾ ਤੈਨੂੰ। ਔਰ ਉਹ ਜਿਹੜਾ ਹੈ ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਬਸ ਕਹਿੰਦੇ ਬਾਕੀ ਸਾਰਾ ਕੁਛ ਕੀਤਾ ਹੈ ਉਹ ਸਾਰਾ ਜਮ ਨੇ ਡੰਡ ਦੇਣਾ ਹੈ। ਔਰ ਗੋਬਿੰਦ ਕਹਿੰਦੇ ਪਰਮਾਤਮਾ ਦੇ ਭਜਨ ਤੋਂ ਬਗੈਰ ਇੱਕ ਤਿਲ ਜਿੰਨਾ ਵੀ ਨਹੀਂ ਮੰਨਦਾ ਅਗਲਾ। ਹੁਣ ਭਜਨ ਕੀ ਹੈਗਾ? ਆਪਾਂ ਕਹਿੰਦੇ ਹਾਂ ਜੀ ਅਸੀਂ ਪਾਠ ਕਰ ਰਹੇ ਹਾਂ, ਇਹ ਭਜਨ ਹੈ, ਕੀਰਤਨ ਕਰ ਰਹੇ, ਇਹ ਭਜਨ ਹੈ, ਕੀਰਤਨ ਸੁਣ ਰਹੇ, ਤੀਰਥ 'ਤੇ ਜਾ ਰਹੇ, ਤੀਰਥ 'ਤੇ ਨਹਾ ਰਹੇ ਹਾਂ, ਇਹ ਸਾਰਾ ਨਿਤਨੇਮ ਕਰ ਰਹੇ, ਇਹ ਭਜਨ ਹੈਗਾ। ਉਹ ਭਾਈ ਆਪਾਂ ਤਾਂ ਨਿਤਨੇਮ ਕਰ ਰਹੇ ਹਾਂ, ਬਾਣੀ ਪੜ੍ਹ ਰਹੇ ਤੇ ਭਜਨ ਲੱਭ ਰਹੇ ਹਾਂ। ਬਾਣੀ ਕਹਿ ਕੀ ਰਹੀ ਹੈ? ਬਾਣੀ ਤਾਂ ਕਹਿ ਰਹੀ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਆਪਾਂ ਵੀ ਕਹਿ ਰਹੇ ਹਾਂ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਤੇ ਕਲ ਕਲੇਸ਼ ਤਾਂ ਤਨ 'ਚੋਂ ਉਹਦੇ ਜਾਣਗੇ ਭਾਈ, ਸੁੱਖ ਤਾਂ ਉਹ ਪਾਊਗਾ ਜਿਹੜਾ ਸਿਮਰੂਗਾ। ਆਪਾਂ ਕਿਹਨੂੰ ਕਹਿ ਰਹੇ ਹਾਂ? ਪੰਜਵੀਂ ਪਾਤਸ਼ਾਹੀ ਕਿਹਨੂੰ ਕਹਿ ਰਹੀ ਹੈ? ਔਰ ਆਪਾਂ ਕਿਹਨੂੰ ਕਹਿ ਰਹੇ ਹਾਂ ਭਾਈ? ਆਪਾਂ ਤਾਂ ਕਹਿ ਰਹੇ ਹਾਂ, ਆਪਾਂ ਤਾਂ ਆਪਣੇ ਮਨ ਨੂੰ ਵੀ ਨਹੀਂ ਕਹਿ ਰਹੇ ਭਾਈ। ਇਹ ਪਾਠ ਕਰੀ ਜਾ ਰਹੇ, ਕਿਹਦੇ ਵਾਸਤੇ ਕਰ ਰਹੇ? ਕੀ ਕਰਨਾ ਹੈ ਆਪਾਂ ਨੇ ਪਾਠ ਦਾ? ਮਹਾਰਾਜ ਤਾਂ ਕਹਿੰਦੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਪੁਯੰਗਮ ਸਾਧੇ, ਪੰਜ ਜਨਾ ਸੇ ਸੰਗ ਨਾ ਛੁਟਕਿਓ, ਅਧਿਕ ਆਮ ਬੁੱਧ ਬਾਧੇ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਭਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਕਹਿੰਦੇ ਮੈਨੂੰ ਬੁੱਧ ਵਿਵੇਕ ਦੇ, ਮੈਂ ਇਹ ਵਿਚਾਰ ਸਕਾਂ, ਮੈਂ ਕਰ ਸਕਾਂ ਜੋ ਇਹ ਕਹਿ ਰਹੀ ਹੈ ਬਾਣੀ। ਬਾਣੀ ਤਾਂ ਕਹਿੰਦੀ ਹੈ ਭਾਈ ਯਾਦ ਕਰ, ਆਪਣੀ ਆਤਮਾ ਨੂੰ ਯਾਦ ਕਰ, ਤੂੰ ਇਕੱਲਾ ਨਹੀਂ ਹੈਗਾ। ਆਤਮਾ ਪਰਮੇਸ਼ਰ ਹੈ, ਪਰਮੇਸ਼ਰ ਤੇਰੇ ਨਾਲ ਆ, ਉਹਦਾ ਸਮਰਨ ਕਰ। ਸਿਮਰਨ ਕਹਿੰਦੇ ਸਮਰਨ ਨੂੰ, ਸਮਰਨ ਫਿਰ ਯਾਦ ਆ ਗਈ। ਜਪ ਬੋਲਣਾ ਉਹ ਵੀ ਉਹੀ ਹੈ ਵੀ ਉਹਨੂੰ ਪੁਕਾਰਨਾ, ਉਹਨੂੰ ਯਾਦ ਕਰਨਾ, ਉਹ ਵੀ ਯਾਦ। ਬਸ ਸਿਰਫ ਜਿੰਨੀ ਨਾਮ ਤੇ ਆਇਆ ਧਿਆਨ ਕਰਨਾ ਹੈ ਆਪਾਂ ਨੇ। ਆਪਣਾ ਧਿਆਨ ਬਾਹਰ ਮਾਇਆ ਵੱਲ ਹੈ, ਉਹ ਕਹਿੰਦੇ ਭਾਈ ਆਤਮਾ ਵੱਲ ਧਿਆਨ ਕਰ ਲਾ। ਇਹਨੂੰ ਕਹਿੰਦੇ ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ। ਕਿੰਨੇ ਨਾਲ ਛੁੱਟ ਜਾਂਦੇ ਆ ਜਿਹੜੇ ਆਤਮਾ ਵੱਲ, ਜਿਹੜੇ ਧਿਆਨ ਕਰ ਲੈਂਦੇ ਆ। ਧਿਆਨ ਕੀ ਹੈ? ਚੁੱਪ ਹੋਣਾ। ਹੁਣ ਦੇਖੋ ਸਭ ਤੋਂ ਕੀਮਤੀ ਬਾਣੀ ਦੇ ਵਿੱਚ ਆਉਂਦਾ ਹੈ ਸਾਂਝ ਸਵੇਰੇ, ਜਿਹੜਾ ਹੈਗਾ ਸਵੇਰੇ ਸ਼ਾਮ ਜਿਹੜਾ ਹੈਗਾ ਅੰਮ੍ਰਿਤ ਵੇਲੇ ਜਿਹੜਾ ਹੈਗਾ ਵਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਕਿਉਂਕਿ ਉਸ ਟਾਈਮ ਆਪਾਂ ਆਤਮਾ ਤੋਂ ਆ ਰਹੇ ਹਾਂ, ਆਤਮਾ ਦੇ ਨੇੜਿਓਂ ਆ ਰਹੇ ਹਾਂ। ਵਿਚਾਰ ਬੰਦ ਆ, ਫਾਈਲਾਂ ਸਾਰੀਆਂ ਕਲੋਜ਼ਡ ਹੈਗੀਆਂ। ਔਰ ਆਪਾਂ ਜਿਹੜੇ ਹੈਗੇ ਉਸ ਟਾਈਮ ਬਸ ਆਪਣੇ ਧਿਆਨ ਦੇ ਵਿੱਚ ਜੁਟ ਜਾਈਏ ਤੇ ਅੱਧਾ ਘੰਟਾ ਸਭ ਤੋਂ ਪ੍ਰਾਈਮ ਕੰਮ ਆ ਹੈਗਾ। ਬਾਣੀ ਸਾਰੀ ਦੀ ਸਾਰੀ ਬਾਣੀ ਆ ਕੰਮ ਕਰਨ ਨੂੰ ਕਹਿ ਰਹੀ ਹੈ ਬਸ। ਔਰ ਬਾਣੀ ਨੂੰ ਪੜ੍ਹਨਾ ਹੈ, ਬਾਣੀ ਨੂੰ ਵਿਚਾਰੋ ਵੀ ਬਾਣੀ ਕਹਿ ਕੀ ਰਹੀ ਹੈ। ਇੱਕ ਅੱਖਰ ਕੀ ਇਹ ਸ਼ਬਦ, ਜੋ ਇਹ ਅੱਖਰ ਜਿਹੜੇ ਇਹਨਾਂ ਦੀ ਗ੍ਰਾਮਰ ਹੈਗੀ ਆ, ਇਹ ਗ੍ਰਾਮਰ ਦੇ ਅਨੁਸਾਰ ਇਹਦੇ ਮੀਨਿੰਗ ਨਹੀਂ ਮਿਲਣੇ।
ਇਹ ਗ੍ਰਾਮੈਟੀਕਲ ਅਰਥ ਨਹੀਂ ਹੈਗੇ। ਜਿਹੜੇ ਟੀਕੇ ਹੈਗੇ ਇਹਨਾਂ ਨੇ ਟੀਕੇ ਇਹਨਾਂ ਨੇ ਸਕਾਲਰਾਂ ਨੇ ਕੀਤੇ ਹੋਏ ਆ। ਇਹ ਜਿਹੜੇ ਇਹਨਾਂ ਦਾ ਆਪਣਾ ਜਿਹੜਾ ਹੈਗਾ ਆਪਣਾ ਧਿਆਨ ਸਿਮਰਨ ਹੈ ਨਹੀਂ ਗਾ। ਇਹ ਚੌਥੇ ਪਦ ਦੀ ਬਾਣੀ ਹੈ। ਚੌਥੇ ਪਦ ਦੀ ਇਹ ਬਾਣੀ ਉਸ ਨੂੰ ਰਾਹ ਦਊਗੀ ਜਿਹੜਾ ਕਿ ਇਹ ਬਾਣੀ ਦੇ ਅਨੁਸਾਰ ਚੱਲੂਗਾ, ਕਮਾਊਗਾ। ਗੁਰਬਾਣੀ ਬਣੀਏ, ਇਹਨੂੰ ਕਮਾਉਣਾ ਆ ਭਾਈ। ਤੇ ਹੁਣ ਜਿਹੜਾ ਹੈਗਾ 2 ਟਾਈਮ ਸਵੇਰੇ ਔਰ ਸ਼ਾਮ, ਕਿਉਂਕਿ ਸ਼ਾਮ ਨੂੰ ਰਾਤ ਨੂੰ ਜਦ ਆਪਾਂ ਦੇਖੋ ਬਿਸਤਰੇ 'ਤੇ ਸੋ ਜਾਂਦੇ ਹਾਂ। ਹੁਣ ਦੇਖੋ ਕਹਿੰਦੇ ਜੀ ਮੈਂ ਨਾਮ ਕਿਵੇਂ ਜਪਣਾ ਹੈ ਜੀ, ਕਿਵੇਂ ਕਿਸ ਤਰੀਕੇ ਦੇ ਨਾਲ ਭਗਤੀ ਕਰਨੀ ਆ। ਰੋਜ਼ ਆਪਾਂ ਜਿਹੜੇ ਹੈਗੇ ਸੌਂਦੇ ਕਿਵੇਂ ਆ ਭਾਈ, ਕਿਸ ਤਰ੍ਹਾਂ ਸੌਂਦੇ ਆਪਾਂ ਸੋ ਗਏ, ਟੀਵੀ ਚੱਲ ਰਿਹਾ, ਬੱਚੇ ਰੌਲਾ ਪਾ ਰਹੇ, ਸਾਰਾ ਕੁਝ ਸੁਣੀ ਜਾ ਰਿਹਾ ਆਪਾਂ ਨੂੰ। ਥੋੜ੍ਹੀ ਦੇਰ ਬਾਅਦ ਕੀ ਹੁੰਦਾ ਬਈ ਜਿਹੜਾ ਹੈਗਾ ਸੁਣ ਸਨਾਟੇ ਦੀ ਆਵਾਜ਼ਾਂ ਜੀ ਸੁਣਦਾ ਉਹ ਆਉਣਾ ਸੀ, ਫਿਰ ਪਤਾ ਹੀ ਨਹੀਂ ਲੱਗਦਾ ਵੀ ਕੀ ਹੋ ਗਿਆ, ਅੱਖਾਂ ਬੰਦ ਹੋ ਜਾਂਦੀਆਂ। ਆ ਚਲੇ ਗਏ ਜੀ ਆਤਮਾ ਦੇ ਕੋਲ। ਬਸ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਤੂੰ ਰੋਜ਼ ਮੈਂ ਤੈਨੂੰ ਸਿਖਾਉਣਾ ਹੈ ਵੀ ਨਾਮ ਕਿਵੇਂ ਜਪਣਾ ਹੈ, ਆਤਮਾ ਦੇ ਕੋਲ ਕਿਵੇਂ ਜਾਣਾ ਹੈ। ਤੂੰ ਸੌਂ ਕੇ ਆ ਜਾਣਾ ਹੈ, ਸੌਂ ਕੇ ਜਪ ਲੈਣਾ ਹੈ। ਅਤੇ ਤੂੰ ਜਿਹੜਾ ਜਾਗਦੇ ਹੋਏ ਆ ਜਾ, ਇੰਨੀ ਕੀ ਗੇਮ ਆ। ਜਾਗਦੇ ਹੋਏ ਆਵਾਂਗੇ ਤੇ ਦੇਖ ਲਵਾਂਗੇ ਉਹਨੂੰ ਆਤਮਾ ਨੂੰ, ਔਰ ਗੇਮ ਤੋਂ ਬਾਹਰ ਆ ਜਾਵਾਂਗੇ, ਅੰਮ੍ਰਿਤ ਰਸ ਆ ਜਾਏਗਾ। ਆਹੀ ਖੇਡ ਹੈਗੀ ਆ। ਔਰ ਭਗਤੀ ਹੈ ਹੀ ਜਿਹੜੀ ਹੈਗੀ ਆ ਵਿਚਾਰਾਂ ਦੀ ਹੈਗੀ ਆ। ਆਪਣੇ ਵਿਚਾਰ ਅਸਵਾਰੀ ਕੀਜੇ, ਸਹਿਜ ਕੇ ਪਾਵੜੇ ਪਗ ਤਰੇ ਲੀਜੇ। ਚੱਲ ਰਹੇ ਬੈਕੁੰਠ ਤੁਝੇ ਲੈ ਤਾਰੂ, ਹਿੰਚੇ ਤਾਂ ਪ੍ਰੇਮ ਕੇ ਚਾਬੁਕ ਮਾਰੂ। ਕਹਿੰਦੇ ਆ ਤੈਨੂੰ ਮੈਂ ਲੈ ਕੇ ਜਾਵਾਂ ਬੈਕੁੰਠ। ਆਪਣੇ ਵਿਚਾਰਾਂ ਤੇ ਸਵਾਰੀ ਕਰ, ਵਿਚਾਰ ਤੇਰੇ ਉੱਤੇ ਸਵਾਰ ਹੋਏ। ਜਿਹੜੀ ਆਪਾਂ ਦੇਖ ਲਓ, ਜ਼ਿਆਦਾ ਨੋਟ ਕਰਕੇ ਰੱਖ ਲਓ ਬਈ 15-20 ਜਿਹੜੇ ਹੈਗੇ ਇਹੀ ਮੋਟੇ ਵਿਚਾਰ ਆ। ਹਰ ਰੋਜ਼ ਆਪਾਂ ਇਹੀ ਵਿਚਾਰ ਲੈਂਦੇ ਹਾਂ, ਔਰ ਇਹਨਾਂ ਨੂੰ ਆਪਾਂ ਵਿਚਾਰ ਜਿਹੜਾ ਮਾਇਆ ਨੇ ਸੁੱਟਿਆ, ਜੇ ਆਪਾਂ ਇਹ ਵਿਚਾਰ ਨਹੀਂ ਲਵਾਂਗੇ, ਦੇਖ ਲਿਆ ਆਪਾਂ ਨੇ ਬਈ ਆ ਪਤੰਗ ਆਈ ਆ, ਬਸ ਪਤੰਗ ਆਈ, ਉਹਨੂੰ ਨਹੀਂ ਛੇੜਿਆ ਆਪਾਂ ਨੇ, ਕੀ ਹੋਊਗਾ? ਉਹ ਪਤੰਗ ਚਲੀ ਜਾਏਗੀ, ਸਕਰੀਨ ਤੋਂ ਪਰੇ ਹੋ ਜਾਏਗੀ, ਔਰ ਦੂਸਰੀ ਆਏਗੀ। ਜੇ ਆਪਾਂ ਕੋਈ ਪਤੰਗ ਜਿਹੜੀ ਮਾਇਆ ਦੀ ਪਤੰਗਾਂ ਨੂੰ ਨਹੀਂ ਵਿਚਾਰ ਲੈਂਦੇ ਤੇ ਕੀ ਹੋਏਗਾ? ਉਹ ਮਾਇਆ ਉਹ ਵਿਚਾਰ ਨਹੀਂ ਦੇਗੀ। ਉਹਨੂੰ ਪਤਾ ਲੱਗਿਆ ਵੀ ਇਹ ਬੰਦਾ ਜਿਹੜਾ ਹੈ ਕਾਮ ਦਾ ਵਿਚਾਰ ਦੇਣਾ ਲੈਂਦਾ ਨਹੀਂ ਹੈ, ਕ੍ਰੋਧ ਦਾ ਵਿਚਾਰ ਲੈਂਦਾ ਨਹੀਂ ਹੈ, ਲੋਭ ਦਾ ਲੈਂਦਾ ਨਹੀਂ ਹੈ। ਉਹਨੇ ਜਿਹੜਾ ਤਰ੍ਹਾਂ ਦੇ ਵਿਚਾਰ ਪਲੇਟ ਦੇ ਵਿੱਚ ਪਾ ਕੇ ਸਵਾਦ ਦੇਣੇ ਆਪਾਂ ਨੇ, ਉਹ ਕਹਿੰਦੇ ਤਾਂ ਲੈਂਦਾ ਹੀ ਨਹੀਂ ਭਾਈ। ਬਸ ਉਹ ਫਿਰ ਜਿਹੜੇ ਹੈਗੇ ਮਾਇਆ ਨਹੀਂ ਭੇਜਦੀ ਉਹ ਵਿਚਾਰ। ਫਿਰ ਕੀ ਹੁੰਦਾ? ਜਿਹੜਾ ਘੋੜਾ ਹੈ ਮਨ ਰੂਪੀ ਘੋੜਾ, ਉਹਦੀ ਜਿਹੜੀ ਰੱਸੀ ਹੈਗੀ ਉਹਦੀ ਰੱਸੀ ਘਟੀ ਜਾਂਦੀ ਹੈ, ਉਹਦੀ ਰੱਸੀ ਹੌਲੀ ਛੋਟੀ ਹੋਈ ਜਾਂਦੀ ਹੈ, ਮਨ ਰੂਪੀ ਘੋੜੇ ਦੀ ਰੱਸੀ। ਔਰ ਇੱਕ ਟਾਈਮ ਆਉਂਦਾ ਹੈ ਕਿ ਬਿਲਕੁਲ ਉਹਦੀ ਜਿਹੜੀ ਹੈਗੀ ਨੈਕ ਦੇ ਉੱਤੇ ਹੀ ਪਹੁੰਚ ਜਾਂਦੇ ਆਪਾਂ। ਕੋਈ ਉਹਦੇ ਹੁੰਦਾ ਹੀ ਨਹੀਂ, ਕੋਈ ਵਿਚਾਰ ਆਉਂਦਾ ਹੀ ਨਹੀਂ ਹੈ। ਬਸ ਸੁਣਨ ਦੇ ਚੁੱਪ ਹੋ ਗਏ, ਘੋੜੇ ਦੇ ਉੱਤੇ ਬੈਠ ਗਏ, ਚੜ੍ਹ ਗਏ, ਆਪਾਂ ਸਵਾਰ ਹੋ ਗਏ ਘੋੜੇ ਦੇ ਉੱਤੇ। ਮਨ ਆਪਣੇ ਅੰਦਰ ਕੰਟਰੋਲ 'ਚ ਆ ਗਿਆ। ਬ੍ਰਹਮ ਗਿਆਨੀ ਜਿਹੜੇ ਹੁੰਦੇ ਉਹਨਾਂ ਦਾ ਕੋਈ ਪਾਸਟ ਨਹੀਂ ਹੁੰਦਾ, ਕੋਈ ਫਿਊਚਰ ਨਹੀਂ ਹੁੰਦਾ। ਉਹ ਪ੍ਰੈਜ਼ੈਂਟ ਦੇ ਵਿੱਚ ਗੱਲ ਕਰਦੇ, ਜੋ ਸਾਹਮਣੇ ਆ ਗਿਆ, ਜੋ ਵੀ ਕੋਈ ਜਿਹੜਾ ਹੈਗਾ ਉਹਨਾਂ ਦੀ ਸਾਰੀ ਦੁਨੀਆ ਆਪਣੀ ਹੁੰਦੀ ਆ। ਜਿਹੜਾ ਵੀ ਸਾਹਮਣੇ ਆਇਆ ਉਹਨਾਂ ਨੇ ਉਹਨਾਂ ਦੀ ਮਦਦ ਕਰਨੀ ਹੈ, ਉਸੇ ਦੀ ਮਦਦ ਕਰਨੀ ਹੈ, ਉਸੇ ਦੇ ਹੋ ਕੇ ਰਹਿੰਦੇ ਆ। ਉਹਨਾਂ ਦਾ ਕੋਈ ਪਾਸਟ ਨਹੀਂ ਹੁੰਦਾ। ਉਹਨਾਂ ਨੇ ਜੇ ਮੰਨ ਲਓ ਕੋਈ ਹੁਣ ਜਿਹੜਾ ਕੰਮ ਹੈਗਾ, ਮਹਾਰਾਜ ਦੀ ਬਾਣੀ ਕਹਿੰਦੀ ਹੈ ਬਈ ਤੂੰ ਜਿਹੜਾ ਹੈਗਾ ਇਹ ਧੰਦੇ ਨਹੀਂ ਛੱਡਣੇ, ਧੰਦਿਆਂ ਦੇ ਵਿਚਾਰ ਲੈਣੇ ਛੱਡ ਦੇ। ਆਪਣਾ ਧੰਦਾ ਨਹੀਂ ਛੱਡਣਾ, ਵਿਚਾਰ ਛੱਡ, ਆਪਣੇ ਧੰਦੇ ਦੇ ਵਿਚਾਰ ਨਾ ਲੈ, ਬਸ ਕੰਮ ਕਰ ਆਪਣਾ। ਕੋਈ ਕੰਮ ਕਰਨਾ ਹੈ, ਉਹਦੇ ਲਈ ਪਾਸਟ ਦੇਖਣਾ ਹੈ, ਪਾਸਟ ਦੀਆਂ ਫਾਈਲਾਂ ਚੱਕੀਆਂ, ਦੇਖੀਆਂ, ਔਰ ਉਸ ਤੋਂ ਬਾਅਦ ਵਾਪਸ ਡਿਸੀਜਨ ਲਿਆ ਔਰ ਡਿਸਾਈਡ ਕਰ ਦਿੱਤਾ, ਦੈਟਸ ਐਟ ਦੀ ਐਂਡ। ਅੱਗੇ ਕੰਮ ਜਿਹੜਾ ਹੁੰਦਾ ਹੈ ਠੀਕ ਹੈ, ਨਹੀਂ ਹੁੰਦਾ ਤਾਂ ਵੀ ਠੀਕ ਹੈ। ਬ੍ਰਹਮ ਗਿਆਨੀ ਨੂੰ ਕੋਈ ਬੌਦਰੇਸ਼ਨ ਨਹੀਂ ਹੈਗੀ। ਉਹਨੇ ਜਿਹੜਾ ਹੈਗਾ ਵਿਚਾਰ ਉਹਦੇ ਜਿਹੜੇ ਹੈਗੇ, ਉਹਦਾ ਪਾਸਟ ਜਿਹੜਾ ਹੈਗਾ ਉਹ ਸਾਰਾ ਡਾਟਾ ਜਿਹੜਾ ਹੈਗਾ ਉਹ ਉਹਦੇ ਕੰਟਰੋਲ ਦੇ ਵਿੱਚ ਹੈਗਾ। ਆਪਾਂ ਜਿਹੜੇ ਹੈਗੇ ਹਮੇਸ਼ਾ ਜਿਹੜੇ ਹੈਗੇ ਉਹ ਵਿਚਾਰਾਂ ਦੇ ਕੰਟਰੋਲ 'ਚ ਆ ਆਪਾਂ। ਬਸ ਇੰਨੀ ਕੀ ਗੇਮ ਆ। ਆਹੀ ਜਿਹੜਾ ਹੈਗਾ ਜਿਹੜਾ ਸਾਰ ਹੈਗਾ ਭਾਈ ਆਪਣੀ ਜਿਹੜੀ ਹੈਗੀ ਭਗਤੀ ਦਾ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਥਿਰ ਕਰਕੇ ਬੈਠਣਾ ਹੈ, ਇਹ ਵਿਚਾਰਾਂ ਨੂੰ ਜਿਹੜਾ ਹੈਗਾ ਆਪਾਂ ਨੇ ਰੋਕਣਾ ਹੈ। ਇਹੀ ਭਗਤੀ ਹੈਗੀ। ਔਰ
ਵਾਹਿਗੁਰੂ ਵਾਹਿਗੁਰੂ ਅੱਲਾਹੁ ਹਰੀਓਮ, ਇਹ ਅੱਖਰ ਜਿਹੜੇ ਹੈਗੇ, ਕਿਉਂਕਿ ਇਹ ਅੱਖਰ ਪਰਮਾਤਮਾ ਨੂੰ ਡੀਲ ਕਰਦੇ ਆ। ਆਪਣੇ ਸੈਂਕੜੋਂ ਵਿਚਾਰ ਹੁੰਦੇ ਆ, ਜਦ ਇੱਕ ਅੱਖਰ ਨੂੰ ਸੁਣਨ ਲੱਗ ਗਏ, ਇੱਕ ਅੱਖਰ ਨੂੰ ਬੋਲਣ ਲੱਗ ਗਏ ਤੇ ਵਿਚਾਰ ਕੇਂਦਰਿਤ ਹੋ ਕੇ ਛੋਟੇ ਹੋ ਗਏ, ਨੈਰੋ ਹੋ ਗਏ, ਔਰ ਇਸ ਤੋਂ ਬਾਅਦ ਜਿਹੜਾ ਹੈਗਾ ਚੁੱਪ ਹੋ ਜਾਣਾ ਹੈ ਭਾਈ। ਵਾਹਿਗੁਰੂ ਬਸ ਇੱਕ ਦੋ ਵਾਰੀ ਬੋਲ ਕੇ ਸੁਣ ਦੇ ਵਿੱਚ ਬੈਠ ਜਾਓ, ਇਸੇ ਨੂੰ ਵਧਾਓ। ਆਹੀ ਭਗਤੀ ਹੈਗੀ ਹੈ, ਆਹੀ ਭਗਤੀ ਹੈ। ਔਰ ਇਹ ਸੱਚ ਹੈਗਾ, ਆਤਮਾ ਸੱਚ ਹੈਗੀ, ਸਰੀਰ ਸੱਚ ਨਹੀਂ ਹੈਗਾ। ਪਰਮਾਤਮਾ ਦੇ ਨੇੜੇ, ਆਤਮਾ ਦੇ ਨੇੜੇ ਜਾਣਾ ਹੈ ਤੇ ਸੱਚ ਦੇ ਨਾਲ ਜੁੜਨਾ ਪਊਗਾ। ਆਪਣੇ ਜੀਵਨ ਦੇ ਵਿੱਚ ਸੱਚ ਲੈ ਕੇ ਆਉਣਾ ਪਊਗਾ। ਆਪਣੀ ਦੇਖਣੀ ਦੇ ਵਿੱਚ ਸੱਚ ਹੋਣਾ ਚਾਹੀਦਾ, ਆਪਣੇ ਕੰਨਾਂ ਦੇ ਵਿੱਚ ਸੱਚ ਹੋਣਾ ਚਾਹੀਦਾ, ਆਪਣੀ ਬੋਲਣੀ ਦੇ ਵਿੱਚ ਸੱਚ ਹੋਣਾ ਚਾਹੀਦਾ, ਆਪਣੇ ਐਕਸ਼ਨ ਦੇ ਵਿੱਚ ਸੱਚ ਹੋਣਾ ਚਾਹੀਦਾ। ਆਹੀ ਆਪਾਂ ਹੀ ਖੁਦ ਜਿਹੜੇ ਹੈਗੇ, ਆਪਣੇ ਜਿਹੜੇ ਹੈਗੇ ਆ, ਆਪਾਂ ਜੱਜ ਬਣਨਾ ਹੈ। ਆਪਣੇ ਆਪਾਂ ਨੂੰ ਖੁਦ ਨੂੰ ਪਤਾ ਲੱਗੂਗਾ ਵੀ ਜੇ ਸੱਚ ਆਪਣੇ ਜੀਵਨ ਦੇ ਵਿੱਚ ਸੱਚ ਆ ਰਿਹਾ ਹੈ, ਸਮਝ ਲਓ ਆਪਾਂ ਜਿਹੜੇ ਹੈਗੇ ਬਿਲਕੁਲ ਸਹੀ ਰਸਤੇ 'ਤੇ ਤੁਰ ਰਹੇ ਹਾਂ। ਜੇ ਸੱਚ ਨਹੀਂ ਆ ਰਿਹਾ, ਜੇ ਉਸੇ ਤਰੀਕੇ ਦੇ ਨਾਲ ਝੂਠ ਹੈ, ਉਹੀ ਠੱਗੀਆਂ ਮਾਰ ਰਹੇ ਹਾਂ, ਉਹੀ ਸਾਰਾ ਕੁਝ ਕਰ ਰਹੇ ਹਾਂ, ਤੇ ਪਿਆਰਿਓ ਗੱਲ ਨਹੀਂ ਬਣੇਗੀ। ਬਸ ਇੰਨਾ ਕੁ ਜਿਹੜਾ ਹੈਗਾ ਵਿਚਾਰ। ਵਾਹਿਗੁਰੂ ਜੀ। ਹਾਂਜੀ ਵੀਰ ਜੀ ਬੋਲੋ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਹਾਂਜੀ ਹਾਂਜੀ ਵਾਹਿਗੁਰੂ ਬੋਲੋ ਜੀ। ਤੁਹਾਡੇ ਨਾਲ ਸ਼ੋਰ ਬਹੁਤ ਜ਼ਿਆਦਾ ਹੈ ਜੀ। ਵਾਹਿਗੁਰੂ ਜੀ। ਆਵਾਜ਼ ਨਹੀਂ ਹਾਂਜੀ। ਵਾਹਿਗੁਰੂ ਜੀ ਹੁਣ ਆਈ ਤੁਹਾਡੀ ਆਵਾਜ਼। ਵਾਹਿਗੁਰੂ ਜੀ ਜਿਹੜਾ ਸੌਣ ਦੇ ਬਾਰੇ ਆਖਿਆ ਨਾ, ਕਿ ਇਹੀ ਗੱਲ ਤਾਂ ਆਪਾਂ ਨੂੰ ਭਗਤ ਕਬੀਰ ਜੀ ਵੀ ਕਹਿੰਦੇ ਨੇ ਕਿ ਰਾਤ ਗਵਾਈ ਸੌ ਕੇ ਬਿਰਛ ਗਵਾਇਆ, ਰਹਿਣ ਗਵਾਈ ਸੋਏ ਕੇ। ਬਿਲਕੁਲ ਰਹਿਣ ਗਵਾਈ ਸੋਏ ਕੇ ਆ ਰਿਹਾ ਨਾ ਸੋਣਾ ਆ ਗਿਆ। ਇੱਕ ਤੇ ਆਹ ਸੁੱਤੇ ਹੋਏ ਹੈਗੇ ਜੀ, ਰਹੀ ਗੁਣੀ ਸੰਸਾਰ ਦਾ ਪਿਆਰਿਆਂ ਨੂੰ ਬਣਾਈ। ਇੱਕ ਤਾਂ ਆਪਾਂ ਇਹ ਸੁੱਤੇ ਹੋਏ ਹੈਗੇ ਆ ਜੀ, ਸਾਨੂੰ ਜਿਹੜਾ ਰਾਤ ਨੂੰ ਉਦਾਂ ਸੁਣੇ, ਸਾਨੂੰ ਉਹ ਵੀ ਨਹੀਂ ਸੋਣਾ ਆਉਂਦਾ। ਜਿਹੜਾ ਹੁਣ ਬਹਾਨੇ ਕਹੀ ਜਿਹੜਾ ਜਾ ਰਿਹਾ ਆਪਾਂ ਜਾ ਕੇ ਜਾਣਾ ਵਾ, ਉਹ ਸਾਡਾ ਇਸੇ ਤਰ੍ਹਾਂ ਲੰਘੀ ਜਾ ਰਿਹਾ ਹੈਗਾ ਜੀ। ਇਸ ਕਰਕੇ ਜਿਹੜਾ ਸੌਣ ਦੀ ਤੁਸੀਂ ਜਿਹੜੀ ਹੁਣ ਵਾਪਸ ਕੀਤੇ ਜਾ ਕੇ ਦੱਸੀ ਜਾਣਾ ਜੀ, ਰਾਤ ਨੂੰ ਸੌਣ ਦਾ ਵੀ ਇਹ ਤਰੀਕਾ ਆਪਣੇ ਵਿਚਾਰ ਮਾਰ ਕੇ ਸੌਂ ਜਾਓ ਤਾਂ ਸਾਰੀ ਰਾਤ ਹੀ ਤੁਹਾਡੀ ਬੰਦਗੀ ਹੋਏ ਰਹੇਗੀ, ਜਿਵੇਂ ਤੁਸੀਂ ਉਹਨੇ ਬੰਦਗੀ ਕਰਨ ਦਾ ਤਰੀਕਾ ਦੱਸਿਆ। ਇਸ ਕਰਕੇ ਰਾਤ ਨੂੰ ਸੌਣ ਲੱਗੇ ਵੀ ਇੱਦਾਂ ਹੀ ਆਪਾਂ ਸੌਣਾ ਹੈਗਾ ਤੇ ਸਾਡੀ ਸਾਰੀ ਰਾਤ ਹੀ ਸਿਮਰਨ ਹੁੰਦਾ ਰਹੇਗਾ ਜੀ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ ਵੀਰ ਜੀ, ਬਿਲਕੁਲ ਠੀਕ ਆ। ਉਹੀ 2 ਟਾਈਮ ਦੀ ਜਿਹੜੀ ਹੈਗੀ ਆ, ਜੇ ਸੌਣ ਤੋਂ ਪਹਿਲਾਂ ਜਿਹੜੇ ਹੈਗੇ ਆਪਾਂ ਧਿਆਨ ਦੇ ਵਿੱਚ ਜਿਹੜਾ ਵਿਚਾਰ ਬੰਦ ਕਰਾਂਗੇ ਤੇ ਨੀਂਦ ਸਾਰੀ ਰਾਤ ਸਾਰੀ ਜਿਹੜੀ ਹੈ ਰਹਿਣ ਜਿਹੜੀ ਸੁੱਖ ਦੀ ਜਾਊਗੀ। ਜੇ ਦਿਨੇ ਸਵੇਰੇ ਜਿਹੜਾ ਹੈਗਾ ਘੜੀ ਨੂੰ ਚਾਬੀ ਦਿੱਤੀ ਹੋਏ, ਸਵੇਰੇ ਅੱਧਾ ਪੌਣਾ ਘੰਟਾ ਲਾਇਆ ਹੋਏ, ਸੁਣਨ ਦੇ ਵਿੱਚ ਬੈਠੇ ਹੋਈਏ ਤੇ ਸਾਰਾ ਦਿਨ ਜਿਹੜਾ ਹੈਗਾ ਉਹ ਵਧੀਆ ਚਲੇ ਜਾਏਗਾ। ਔਰ ਪਹਿਲੇ ਦਿਨ ਤੋਂ ਇਹ ਨਹੀਂ ਹੁੰਦਾ ਕਿ ਜਿਹੜਾ ਅੱਜ ਮੀਂਹ ਪਿਆ ਤੇ ਚਿੱਕੜ ਕੱਲ੍ਹ ਨੂੰ ਹੋਊਗਾ ਭਾਈ। ਅੱਜ ਦੇ ਅੱਜ ਜੇ ਆਪਾਂ, ਮੈਂ ਕਹਿੰਦਾ 10 ਸਕਿੰਟ ਵੀ ਸੁਣਨ ਦੇ ਵਿੱਚ ਬੈਠ ਕੇ ਦੇਖ ਲਓ, ਤੁਹਾਨੂੰ ਇਸ ਤਰ੍ਹਾਂ ਲੱਗੂਗਾ ਕਿ ਜੀਵਨ ਦੇ ਵਿੱਚ ਪਤਾ ਨਹੀਂ ਮੈਨੂੰ ਕਿਹੜਾ ਖਜ਼ਾਨਾ ਲੱਭ ਗਿਆ। 10 ਸਕਿੰਟ ਵਾਸਤੇ ਮਨ ਨੂੰ ਚੁੱਪ ਕਰਾ ਕੇ ਦੇਖ ਲਓ। 10 ਸਕਿੰਟ ਵਾਸਤੇ ਟਰਾਈ ਕਰਨਾ ਅੱਜ ਬਈ ਮੈਂ ਵਿਚਾਰ ਨਹੀਂ ਲੈਣਾ। ਹਾਂਜੀ ਵਾਹਿਗੁਰੂ ਜੀ, ਜਿਹੜਾ ਨਾ ਦਿਨ ਤੇ ਰਾਤ ਹੀ ਇਕੱਲਾ ਨਹੀਂ, ਆਪਾਂ ਨੂੰ ਸਵਾਸ ਗ੍ਰਾਸ ਸਿਮਰਨ ਦਾ ਹੁਕਮ ਕੀਤਾ ਗੁਰੂ ਗ੍ਰੰਥ ਸਾਹਿਬ ਜੀ। ਉਹ ਕਹਿੰਦੇ ਨੇ ਸਵਾਸ ਗ੍ਰਾਸ ਸਿਮਰੇ ਸੋਈ ਪੂਰਨ ਕੰਮ। ਆਪਾਂ ਸਵਾਸ ਤੋਂ ਸਾਰਾ ਦਿਨ ਹੀ ਜਾਂਦੇ ਹਾਂ, ਸਾਰੀ ਰਾਤ ਵੀ ਰਹਿੰਦੇ ਹਾਂ। ਹਾਂਜੀ ਵੀਰ ਜੀ, ਕਰਕੇ ਆਖਿਆ ਕਿ ਪ੍ਰਭ ਕੇ ਸਿਮਰਨ ਆਂਦਨ ਜਾਤੇ। ਮਿਹਰਬਾਨੀ ਜੀ। ਠੀਕ ਹੈ ਜੀ। ਬਸ ਜਿਹੜਾ ਇਨਸਾਨ ਜਿਹੜਾ ਹੈਗਾ ਰੋਜ਼ ਭਗਤੀ ਕਰਦਾ ਹੈ ਭਾਈ, ਉਹ ਅਨਦਿਨ ਜਾਗਣ ਵਾਲੀ ਅਵਸਥਾ ਹੋ ਜਾਂਦੀ ਹੈ, ਆਟੋਮੈਟਿਕਲੀ ਬਣ ਜਾਣਾ ਹੈ। ਇਹ ਮਾਇਆ ਜਿਹੜੀ ਹੈਗੀ ਆ, ਆਪਣਾ ਜਿਹੜਾ ਹੈਗਾ ਇਸ ਟਾਈਮ ਦੇਖ ਲਓ ਤਰਾਜੂ ਮਾਇਆ ਵਾਲਾ ਥੱਲੇ ਹੈਗਾ, ਔਰ ਇਹ ਜਿਹੜਾ ਭਗਤੀ ਵਾਲਾ ਜਿਹੜਾ ਹੈਗਾ ਲਿਵ ਵਾਲਾ, ਇਹ ਆਤਮਿਕ ਯਾਤਰਾ ਵਾਲਾ ਉੱਪਰ ਹੈਗਾ। ਹੌਲੀ ਹੌਲੀ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਆ ਜ਼ਿਆਦਾ ਗੁਰਬਾਣੀ ਜਿਹੜੀ ਹੈਗੀ ਇਹਨੂੰ ਆਪਾਂ ਵਿਚਾਰਾਂਗੇ ਖੁਦ, ਔਰ ਉਹਦੇ ਅਨੁਸਾਰ ਜ਼ਿਆਦਾ ਆਪਾਂ ਸੁਣਨ ਦੇ ਵਿੱਚ ਵਿਚਾਰ ਬੰਦ ਕਰਨੇ ਸ਼ੁਰੂ ਕਰ ਦਿੱਤੇ ਤੇ ਪਲੜਾ ਜਿਹੜਾ ਆਟੋਮੈਟਿਕਲੀ ਜਿਹੜਾ ਹੈਗਾ ਇਹ ਨਾਮ ਵਾਲਾ ਜਿਹੜਾ ਅਧਿਆਤਮਿਕ ਪਲੜਾ ਥੱਲੇ ਹੋ ਜਾਣਾ, ਦੂਸਰਾ ਪਲੜਾ ਉੱਪਰ ਨਿਕਲ ਜਾਣਾ ਹੈ ਭਾਈ। ਇਹ ਬਿਲਕੁਲ ਪ੍ਰੈਕਟੀਕਲ ਹੈਗਾ ਔਰ ਆਪ ਹੀ ਆਪਾਂ ਜੱਜ ਹੈਗੇ ਆ। ਇਹ ਤਾਂ ਦਿਨਾਂ ਦੇ ਵਿੱਚ ਜਿਹੜਾ ਹੈਗਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਆਹੀ ਖੇਡ ਹੈਗੀ ਆ। ਤੇ ਅੱਜ ਆਪਾਂ ਨੇ ਵੀਰ ਜੀ, ਹਾਂਜੀ ਵੀਰ ਜੀ, ਮੈਨੂੰ ਤਾਂ ਐਂ ਲੱਗਦਾ ਵੀ
ਗਾਈਡ ਕਰਦਾ, ਡੈਮੋਨਸਟ੍ਰੇਟ ਕਰਦਾ, ਆਪਣੇ ਕੋਲੇ ਆਤਮਾ ਕੋਲੇ ਲੈ ਕੇ ਜਾਂਦਾ ਜੀ। ਰਾਤ ਨੂੰ ਰਾਤ ਨੂੰ ਵਿਚਾਰ ਬੰਦ ਕਰਨੇ ਆਪਣੇ ਨਾਲੋਂ ਪ੍ਰਮਾਤਮਾ ਦਾ ਜ਼ਿਆਦਾ ਹੱਥ ਆ ਜੀ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਇਸੇ ਵਾਸਤੇ ਤਾਂ ਨੀਂਦ ਦਿੱਤੀ ਹੈ ਮਾਲਕ ਨੇ। ਮਾਲਕ ਦੇ ਕੋਲ ਜਿਹੜਾ ਹੈ ਵੀਰ ਜੀ ਐਸਾ, ਮਾਲਕ ਦੇ ਕੋਲ ਐਸੀ ਬਾਡੀ ਬਣਾ ਸਕਦਾ ਕਿ ਜਿਹੜੀ ਮਾਇਆ ਦੇ ਵਿਚਾਰ ਆ ਜੀ ਸਾਡੇ, ਮਤਲਬ ਜੋ ਵਿਚਾਰਾਂ ਨਾਲ ਅਸੀਂ ਆਪਣੇ ਆਪ ਨੂੰ ਪੋਲਿਊਟ ਕੀਤਾ, ਮੈਲਾ ਕੀਤਾ ਜੀ, ਉਹ ਇੱਕ ਵਾਰੀ ਸਾਫ਼ ਕਰਨ ਦੀ ਕੋਸ਼ਿਸ਼ ਕਰਦਾ ਪ੍ਰਮਾਤਮਾ, ਆਪਣੇ ਨੇੜੇ ਲੈ ਕੇ ਆਉਂਦਾ ਜੀ ਰੋਜ਼। ਮਤਲਬ ਡੈਮੋਨਸਟ੍ਰੇਸ਼ਨ ਦਿੰਦਾ ਕਿ ਦੇਖੋ ਤੈਨੂੰ ਮੈਂ ਰੋਜ਼ ਲੈ ਕੇ ਜਾਣਾ, ਤੇ ਤੂੰ ਸਮਝਦਾ ਕਿਉਂ ਨਹੀਂ, ਤੂੰ ਜਾਗਦਾ ਆ ਮੇਰੇ ਕੋਲੇ। ਮਤਲਬ ਇਹੀ ਫਰਕ ਆ, ਅਸੀਂ ਜਾਗਦੇ ਉਹਦੇ ਕੋਲੇ ਜਾਣਾ ਸਾਨੂੰ ਪਤਾ ਹੋਣਾ ਚਾਹੀਦਾ, ਤੇ ਪਰ ਉਹ ਲੈ ਕੇ ਜਾਂਦਾ, ਅਸੀਂ ਫੇਰ ਵੀ ਜਾਗਦੇ ਨਹੀਂ, ਅਸੀਂ ਸੁੱਤੇ ਹੁੰਦੇ ਆ। ਮਤਲਬ ਡੈਮੋਨਸਟ੍ਰੇਸ਼ਨ ਦਿੰਦਾ ਪਰਮਾਤਮਾ। ਬਿਲਕੁਲ ਬਿਲਕੁਲ। ਉਹ 24 ਘੰਟੇ ਬਾਅਦ ਨੇੜੇ ਲੈ ਕੇ ਆਉਂਦਾ ਜੀ। ਉਹ ਤਾਂ 24 ਸਵੇਰੇ ਉਹਨੂੰ ਫਰੈਸ਼ ਕਰ ਦਿੰਦਾ, ਲੈ ਵੀ ਹੁਣ ਤੈਨੂੰ ਮੈਂ ਸਾਫ਼ ਕਰਤਾ, ਹੁਣ ਤੂੰ ਜਾਗਦਾ ਰਹੇ ਸਾਰਾ ਦਿਨ, ਤੇ ਜਾਗਦੇ ਨੇ ਤਾਂ ਮੈਨੂੰ ਯਾਦ ਰੱਖਣਾ ਔਰ ਮੇਰੇ ਕੋਲੇ ਆਉਣਾ। ਬਿਲਕੁਲ ਠੀਕ ਹੈ ਜੀ। ਵਾਹਿਗੁਰੂ ਜੀ। ਬਿਲਕੁਲ ਜੀ ਠੀਕ ਆ। ਜਿਹੜਾ ਆਪਾਂ ਰਾਤ ਨੂੰ ਸੌਂਦੇ ਆ, ਜਿਹੜਾ ਰਾਤ ਨੂੰ ਆਪਾਂ ਆਤਮਾ ਦੇ ਕੋਲ ਜਾਂਦਾ ਕਹਿੰਦੇ ਆ, ਅਸੀਂ ਕਾਲ ਤਖਤ ਸਾਹਿਬ ਤੇ ਜਾਂਦੇ ਆ ਰਾਤ ਦੀ, ਉੱਥੇ ਸੌਣਾ ਹੁੰਦਾ ਜੀ। ਉੱਥੇ ਹਰ ਸੱਚੇ ਤਖਤ ਰਚਾਇਆ ਜਿਹੜਾ ਨਾ, ਇੱਥੇ ਆਪਾਂ ਨੂੰ ਸਮਝਾਇਆ ਜਾਂਦਾ ਕਿ ਹਰ ਰੋਜ਼ ਤੁਸੀਂ ਰਾਤ ਨੂੰ ਕਾਲ ਤਖਤ ਸਾਹਿਬ ਤੇ ਜਾਣਾ, ਜਿੱਥੇ ਕਿ ਸਾਡਾ ਪਰਮਾਤਮਾ ਨੇ ਸਾਡੀਆਂ 3 ਤਰ੍ਹਾਂ ਦੀਆਂ ਡਿਊਟੀਆਂ ਲੱਗਦੀਆਂ ਨੇ, ਕਰਸਾਣੀ ਦੀ, ਪ੍ਰਾਹੁਣਚਾਰੀ ਦੀ ਤੇ ਵਪਾਰੀ ਬੰਜਾਰੇ ਦੀ। ਆਪਾਂ ਬੰਦ ਕਰਨ ਵੀ ਆਏ ਹੋਏ ਹਾਂ, ਪ੍ਰਾਹੁਣਚਾਰੀ ਵੀ ਤੇ ਕਰਸਾਣੀ ਦੀ, ਨਾਮ ਦੀ, ਸੰਤੋਖ ਤੁਹਾਡਾ, ਇਹ ਸਾਰਾ ਕੁਝ ਨੇ 3 ਤਰ੍ਹਾਂ ਦੀਆਂ ਡਿਊਟੀਆਂ ਹੈਗੀਆਂ ਸਾਡੀਆਂ। ਹਰ ਰੋਜ਼ ਉਹਨਾਂ ਵਿੱਚੋਂ ਕੋਈ ਇੱਕ ਲੱਗਣੀ ਹੁੰਦੀ ਆ। ਅਸੀਂ ਆਪਣੀ ਡਿਊਟੀ ਤਾਂਹੀਓ ਕਰਾਂਗੇ ਜੇ ਸਾਨੂੰ ਪਤਾ ਲੱਗੂ ਕਿਹੜੀ ਕਰਨੀ ਹੈਗੀ। ਅਸੀਂ ਰਾਤ ਨੂੰ ਸੌਣਾ ਨਹੀਂ ਆਦਾ ਕਰਕੇ ਅਸੀਂ ਆਪਣੀਆਂ ਡਿਊਟੀਆਂ ਤੋਂ ਵੀ ਅਣਗਹਿਲੇ ਹੋ ਕੇ ਆਪਣਾ ਜੀਵਨ ਬਤੀਤ ਕਰ ਜਾਂਦੇ ਹਾਂ, ਜਿਸ ਕਰਕੇ ਅਸੀਂ ਹੋਰ ਜੀਵਨਾਂ ਦੇ ਭਾਗੀ ਬਣ ਜਾਂਦੇ ਜੀ। ਮਿਹਰਬਾਨੀ ਵਾਹਿਗੁਰੂ ਜੀ। ਬਾਜੀ ਵੀਰ ਜੀ, ਹੁਣ ਜਿਹੜਾ ਹੈਗਾ ਲੰਬਾ ਨਾ ਕਰੀਏ, ਔਰ ਆਵਾਜ਼ ਜਿਹੜੀ ਸੰਗਤ ਤੱਕ, ਇੱਥੇ ਸੰਗਤ ਹੈਗੀ ਆ ਉੱਥੇ ਤੱਕ ਨਹੀਂ ਜਾਂਦੀ ਤੁਹਾਡੀ ਆਵਾਜ਼, ਤੇ ਸਮਾਂ ਵੀ ਹੋ ਗਿਆ ਆ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਜੀ। ਬਹੁਤ ਵਧੀਆ ਵੀਰ ਜੀ, ਬਹੁਤ ਹੀ ਵਧੀਆ ਜੀ। ਵਾਹਿਗੁਰੂ ਜੀ ਖਾਲਸਾ। ਪਰਮਾਤਮਾ ਕਰੇ ਸੰਗਤਾਂ ਨੂੰ ਲਾਭ ਹੋਵੇ ਜੀ। ਬਸ ਮਾਲਕ ਹੀ ਕਰਵਾ ਰਿਹਾ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਬਸ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਹੁਣ ਸਾਰੇ ਸੰਗਤ ਨੂੰ ਇਕੱਠੀ ਫਤਿਹ ਬੁਲਾ ਲੈਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਆਪਾਂ ਜਿਹੜੇ ਹੈਗੇ ਥੋੜਾ ਜਿਹਾ ਧਿਆਨ ਕਰੀਏ ਆਪਾਂ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ।